सो क्यों बिसरै जे काल ना भानै। काल का मतलब मेहनत, भानै का मतलब भनना, ना भाने का मतलब जिहड़ा भनदा नहीं, अजाई नहीं जान दिंदा। ਉਹ प्रभु क्यों विसर जाए, उस प्रभु ਨੂੰ क्यों विसारीए ਜਿਹੜਾ कि साडी कीती हुई काल ਨੂੰ अजाई नहीं जान दिंदा। यानी रब ਨੂੰ याद रखना चाहिए, क्योंकि जो भी ਅਸੀਂ काल घालदे हां, रब उस काल ਨੂੰ अजाई नहीं जान दिंदा। हर काल का फल जरूर मिलता है। जिन्नी भी काल घालोगे, जिन्नी भी कोई मेहनत करेगा, ਉਹਦਾ फल ਉਹਨੂੰ ਰੱਬੀ ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ ਮਿਲੇਗਾ। ਉਹ ਕਾਲ ਭਾਵੇਂ ਤੁਸੀਂ ਚੰਗੀ ਕਾਲ ਲਓ ਜਾਂ ਬੁਰੀ ਕਾਲ ਲਓ, ਇਹ ਸਾਡੀ ਆਪਣੀ ਮਰਜ਼ੀ ਹੈ। ਜੇ ਬੁਰੀ ਕਾਲ ਘਾਲਾਂਗੇ, ਬੁਰੇ ਕਰਮ ਕਰਾਂਗੇ, ਉਹਨਾਂ ਦਾ ਵੀ ਫਲ ਮਿਲੇਗਾ। ਜੇ ਚੰਗੇ ਕਰਮ ਕਰਾਂਗੇ, ਉਹਦਾ ਫਲ ਵੀ ਸਾਨੂੰ ਮਿਲੇਗਾ। ਹੁਣ ਇੱਕ ਬੱਚਾ ਹੈ, ਉਹਨੇ ਕਾਲ ਘਾਲੀ ਕਿ ਉਹ ਸਾਰਾ ਸਾਲ ਮਿਹਨਤ ਕਰਦਾ ਰਿਹਾ, ਤੇ ਸਾਲ ਬਾਅਦ ਉਹਨੂੰ ਫਲ ਮਿਲਿਆ ਕਿ ਉਹ ਇਮਤਿਹਾਨਾਂ ਵਿੱਚ ਪਾਸ ਹੋ ਗਿਆ, ਉਹ ਅਗਲੀ ਕਲਾਸ ਦੇ ਵਿੱਚ ਚਲਾ ਗਿਆ, ਤੇ ਹੌਲੇ ਹੌਲੇ ਉਹ ਮਿਹਨਤ ਕਰਦਾ ਆਪਣੇ ਮੰਜ਼ਿਲ ਤੇ ਪਹੁੰਚ ਗਿਆ। ਦੂਜਾ ਬੱਚਾ ਹੈ, ਉਹਨੇ ਕਾਲ ਘਾਲੀ, ਫੋਨ ਦੇ ਉੱਤੇ ਗੇਮ ਚਲਾਉਂਦਾ ਰਿਹਾ, WhatsApp ਦੇ ਉੱਤੇ ਲੱਗਾ ਰਿਹਾ, ਤਾਂ ਉਹਨੂੰ ਇਹਦਾ ਫਲ ਮਿਲ ਗਿਆ ਕਿ ਉਹ ਬੱਚਾ ਫੇਲ ਹੋ ਗਿਆ। ਤਾਂ ਕਹਿੰਦੇ ਨੇ ਉਸ ਨੂੰ ਨਾ ਭੁਲਾਓ ਜਿਹੜਾ ਸਾਡੀ ਕਾਲ ਨੂੰ ਅਜਾਈ ਨਹੀਂ ਜਾਣ ਦਿੰਦਾ। ਯਾਨੀ ਜੇ ਤੁਸੀਂ ਚੰਗੇ ਕਰਮ ਕਰੋਗੇ ਤੇ ਹਰ ਕਰਮ ਦਾ ਫਲ ਤੁਹਾਨੂੰ ਮਿਲੇਗਾ। ਜੇ ਰੰਚਕ ਮਾਤਰ ਵੀ ਕਿਸੇ ਨਾਲ ਪਿਆਰ ਨਾਲ ਬੁਲਾਓਗੇ, ਤੁਹਾਨੂੰ ਸ਼ਾਂਤੀ ਮਿਲੇਗੀ। ਕਿਸੇ ਦੀ ਹੈਲਪ ਕਰੋਗੇ, ਉਸ ਰੱਬ ਨੂੰ ਨਹੀਂ ਭੁਲਾਉਣਾ ਚਾਹੀਦਾ, ਯਾਦ ਰੱਖਣਾ ਚਾਹੀਦਾ ਉਹਨੂੰ, ਉਹਦੇ ਹੁਕਮ ਵਿੱਚ ਤੁਰਨਾ ਚਾਹੀਦਾ ਹੈ ਜੋ ਸਾਡੀ ਕਾਲ ਅਜਾਈ ਨਹੀਂ ਜਾਣ ਦਿੰਦਾ। ਸੋ ਕਿਉਂ ਬਿਸਰੈ ਜੇ ਕੀਆ ਜਾਣੈ। ਕੀਆ ਜਾਣੈ ਦਾ ਮਤਲਬ ਜੋ ਕੀਤੇ ਹੋਏ ਨੂੰ ਚੇਤੇ ਰੱਖਦਾ, ਸਾਡੇ ਕੀਤੇ ਹੋਏ ਨੂੰ ਚੇਤੇ ਰੱਖਦਾ, ਭਾਵ ਕਿ ਉਹਦੀ ਕਦਰ ਕਰਦਾ ਹੈ। ਉਸ ਰੱਬ ਨੂੰ ਕਿਉਂ ਭੁੱਲੀਏ ਜੋ ਸਾਡੇ ਕੀਤੇ ਹੋਏ ਨੂੰ ਚੇਤੇ ਰੱਖਦਾ, ਯਾਨੀ ਕਦਰ ਕਰਦਾ ਹੈ। ਜੋ ਵੀ ਤੁਸੀਂ ਕਰੋਗੇ, ਉਹਦੀ ਇਸ ਦੁਨੀਆ ਦੇ ਵਿੱਚ ਕਦਰ ਪੈਗੀ। ਦੇਖੋ ਭਗਤ ਪੂਰਨ ਸਿੰਘ ਜੀ ਨਾ, ਉਹਨਾਂ ਨੇ ਕਾਲ ਘਾਲੀ ਅੱਜ ਦੇ ਯੁੱਗ ਵਿੱਚ, ਤਾਂ ਉਹਨਾਂ ਦੀ ਕਦਰ ਪਈ, ਲੋਕ ਉਹਨਾਂ ਨੂੰ ਚੇਤੇ ਰੱਖਦੇ ਨੇ। ਰੱਬੀ ਸਿਸਟਮ ਦੇ ਅੰਦਰ ਉਹ ਦੁਨੀਆ ਨੂੰ ਚੇਤੇ ਰਹਿੰਦਾ ਹੈ। ਚੇਤੇ ਰੱਖਣ ਦਾ ਮਤਲਬ ਕਦਰ ਕਰਦਾ ਹੈ। ਜਿਹੜਾ ਵੀ ਬੰਦਾ ਚੰਗੀ ਕਾਲ ਘਾਲੇਗਾ, ਉਹਦੀ ਕਦਰ ਪਵੇਗੀ। ਰੱਬ ਹਰ ਕਰਮ ਨੂੰ ਚੇਤੇ ਰੱਖਦਾ ਹੈ। ਸੋ ਕਿਉਂ ਬਿਸਰੈ ਜਿਨ ਸਭ ਕੁਛ ਦਿਆ। ਗੁਰੂ ਜੀ ਕਹਿੰਦੇ ਨੇ ਉਸ ਨੂੰ ਕਿਉਂ ਭੁਲਾਈਏ ਜਿਨਨੇ ਸਾਨੂੰ ਸਭ ਕੁਝ ਦਿੱਤਾ ਹੈ। ਧਰਤੀ, ਚੰਦਰਮਾ, ਸੂਰਜ, ਗ੍ਰਹਿ, ਨਕਸ਼ਤਰ ਆਦਿ ਦਾ ਸਾਰਾ ਬ੍ਰਹਿਮੰਡ, ਮਾਂ ਬਾਪ, ਭੈਣ ਭਰਾ, ਸਾਡਾ ਸਰੀਰ ਜਾਂ ਜਿੰਨੀਆਂ ਵੀ ਦਾਤਾਂ ਨੇ, ਗੁਣ ਨੇ, ਦਿਮਾਗ ਹੈ, ਸਾਰਾ ਕੁਝ ਰੱਬ ਨੇ ਦਿੱਤਾ ਹੈ, ਰੱਬੀ ਸਿਸਟਮ ਵਿੱਚ ਮਿਲਿਆ ਹੈ। ਉਹਨੂੰ ਕਿਉਂ ਭੁੱਲੀਏ, ਭਾਵ ਉਹਨੂੰ ਨਾ ਭੁੱਲੋ। ਇਹਦਾ ਕੇਂਦਰੀ, ਇਹਦਾ ਭਾਵ ਇਹ ਹੈ ਕਿ ਇਹ ਗੱਲ ਯਾਦ ਰੱਖੋ ਕਿ ਸਭ ਕੁਝ ਦੇਣ ਵਾਲਾ ਇੱਕ ਰੱਬ ਹੈ। ਰੱਬੀ ਹੁਕਮ ਦੇ ਅੰਦਰ ਸਾਨੂੰ ਸਭ ਕੁਝ ਮਿਲ ਰਿਹਾ ਹੈ। ਹੋਰ ਕੋਈ ਸਾਨੂੰ ਦੇਣ ਵਾਲਾ ਨਹੀਂ ਹੈ, ਨਾ ਦੇ ਸਕਦਾ। ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ। ਜਦੋਂ ਅਸੀਂ ਕਿਸੇ ਬਾਬੇ ਕੋਲ ਜਾ ਕੇ ਬਹਿੰਦੇ ਆ ਨਾ ਕਿ ਬਾਬਾ ਜੀ ਸਾਡੇ ਘਰ ਕਲ ਕਲੇਸ਼, ਜਾਂ ਬਾਬਾ ਜੀ ਸਾਡੀ ਕਿਰਪਾ ਕਰੋ, ਤਾਂ ਉਸੇ ਰੱਬ ਭੁੱਲ ਚੁੱਕੇ ਹੁੰਦੇ ਆ। ਉਦੋਂ ਸਾਨੂੰ ਭੁੱਲ ਗਿਆ ਹੁੰਦਾ ਕਿ ਰੱਬ ਨੇ ਸੂਰਜ, ਚੰਦਰਮਾ, ਗ੍ਰਹਿ, ਨਕਸ਼ਤਰ, ਸਿਤਾਰੇ, ਅਨੰਤ ਖੰਡਲ ਬ੍ਰਹਿਮੰਡ ਪੈਦਾ ਕੀਤੇ ਨੇ। ਉਹਨੇ ਸਾਨੂੰ ਸਭ ਕੁਝ ਦਿੱਤਾ ਹੈ। ਉਹਨੇ ਸਾਨੂੰ ਦਿਮਾਗ ਦਿੱਤਾ ਹੈ, ਸਾਨੂੰ ਸਮਰੱਥਾ ਦਿੱਤੀ ਹੈ। ਤੇ ਜੇ ਸਾਡੀ ਪ੍ਰੋਬਲਮ ਹੈ ਤਾਂ ਉਹ ਰੱਬ ਦੇ ਹੁਕਮ ਦੇ ਵਿੱਚ ਸੋਲਵ ਹੋਏਗੀ। ਪਰ ਜਦੋਂ ਅਸੀਂ ਰੱਬ ਨੂੰ ਭੁੱਲ ਜਾਂਦੇ ਆ, ਉਦੋਂ ਫਿਰ ਅਸੀਂ ਬਾਬਿਆਂ ਕੋਲ ਜਾਂ ਜੋਤਸ਼ੀਆਂ, ਮੜੀਆਂ ਕਬਰਾਂ ਵੱਲ ਜਾਂ ਕਰਮ ਕਾਂਡਾਂ ਵੱਲ ਦੌੜਦੇ ਆ। ਗੁਰੂ ਜੀ ਕਹਿੰਦੇ ਨੇ ਯਾਦ ਰੱਖੋ ਇਹ ਚੀਜ਼ ਕਿ ਸਭ ਕੁਝ ਦੇਣ ਵਾਲਾ ਰੱਬ ਹੈ। ਸਭ ਕੁਝ ਉਹਦੇ ਸਿਸਟਮ ਦੇ ਅੰਦਰ ਮਿਲ ਰਿਹਾ ਹੈ। ਉਹਦੇ ਸਿਸਟਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਜੀਵਨ ਜੀਆ ਦਾ ਮਤਲਬ ਜੀਵਨ ਦੀ ਜ਼ਿੰਦਗੀ ਦਾ ਜੋ ਆਸਰਾ ਹੈ, ਉਹਨੂੰ ਕਿਉਂ ਭੁਲਾਈਏ ਜੋ ਸਾਡੀ ਜਿੰਦ ਦਾ ਆਸਰਾ ਹੈ, ਜ਼ਿੰਦਗੀ ਦਾ ਆਸਰਾ ਹੈ।
ਰੱਬ ਸਾਡੀ ਜ਼ਿੰਦਗੀ ਦਾ ਆਸਰਾ ਹੈ, ਰੱਬੀ ਸਿਸਟਮ ਦੇ ਅੰਦਰ ਸਾਡੀ ਜ਼ਿੰਦਗੀ ਚੱਲ ਰਹੀ ਹੈ। ਤੋਂ ਬਿਨਾਂ ਅਸੀਂ ਇੱਕ ਪਲ ਵੀ ਜੀ ਨਹੀਂ ਸਕਦੇ। ਮੰਨ ਲਓ ਇਸ ਦੁਨੀਆ ਚੋਂ, ਰੱਬ ਦੇ ਸਿਸਟਮ ਵਿੱਚੋਂ ਤੇ ਆਕਸੀਜਨ ਖਤਮ ਹੋ ਜਾਏ 5 ਮਿੰਟ ਲਈ, ਤਾਂ ਤੁਸੀਂ 5 ਮਿੰਟ ਬਾਅਦ ਇਸ ਸੰਸਾਰ ਦੇ ਵਿੱਚ ਕੋਈ ਨਹੀਂ ਵੇਖ ਪਾਓਗੇ। ਜੇ ਤੇ ਸਾਨੂੰ ਸਾਹ ਲੈਣਾ ਬਾਅਦ ਵਿੱਚ ਸਾਡਾ ਬੰਦ ਹੋਏਗਾ, ਸਾਡੇ ਸਰੀਰ ਦਾ ਧਮਾਕਾ ਹੋ ਜਾਏਗਾ 6 ਫੁੱਟ ਉਤਾਂ ਉੱਡ ਕੇ। 5 ਮਿੰਟ ਤੋਂ ਪਹਿਲਾਂ ਰੁੱਖ ਦਰਖਤ ਸਭ ਸ਼ਾਇਦਾਂ ਗਿਰ ਜਾਣਗੀਆਂ, ਕਿਉਂਕਿ ਪਾਣੀ ਦੇ ਵਿੱਚੋਂ ਆਕਸੀਜਨ ਖਤਮ ਹੁੰਦਿਆਂ ਹੀ ਬਾਕੀ ਹਾਈਡਰੋਜਨ ਗੈਸ ਬਚੇਗੀ, ਤੇ ਹਾਈਡਰੋਜਨ ਗੈਸ ਜਿਹੜੀ ਹੈ ਬਿਲਕੁਲ ਹਲਕੀ ਹੈ, ਆਕਾਸ਼ 'ਚ ਉੱਡ ਜਾਏਗੀ ਕਿਤੇ। 5 ਮਿੰਟਾਂ ਦੇ ਵਿੱਚ ਸਾਰਾ ਕੁਝ ਤਬਾਹ ਹੋ ਜਾਏਗਾ। ਫਿਰ ਜੇਕਰ ਐਸਾ ਹੋਏ ਤੇ ਕੋਈ ਬਾਬਾ, ਕੋਈ ਜੰਤਰਾਂ ਮੰਤਰਾਂ ਵਾਲਾ ਜੋਤਸ਼ੀ, ਕੋਈ ਦੇਵੀ ਦੇਵਤਾ ਬਚਾ ਪਾਏਗਾ? ਬਿਲਕੁਲ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਉਹਨੂੰ ਨਾ ਭੁੱਲੋ ਜੋ ਜ਼ਿੰਦਗੀ ਦਾ ਆਸਰਾ ਹੈ, ਜੋ ਜੀਵਨ ਦਾ ਆਧਾਰ ਹੈ, ਜੋ ਜੀਵਨ ਦਾ ਬੇਸ ਹੈ। ਉਸ ਰੱਬ ਹੋ ਸਕਦਾ ਹੈ, ਨਾ ਕੁਝ ਕਰ ਸਕਦਾ ਹੈ। ਇਸ ਕਰਕੇ ਗੁਰੂ ਜੀ ਕਹਿੰਦੇ ਨੇ, ਉਹਨੂੰ ਹਮੇਸ਼ਾ ਯਾਦ ਰੱਖੋ, ਉਹਦੇ ਗੁਣਾਂ ਦੇ ਧਾਰਨੀ ਹੋਵੋ, ਰੱਬੀ ਰਜ਼ਾ ਦੇ ਅੰਦਰ ਤੁਰੋ। ਰੱਬ ਤੋਂ ਵੱਡਾ ਕੋਈ ਨਹੀਂ ਹੈ। ਰੱਬ ਦੇ ਹੁਕਮ ਤਾਂ ਦੇ ਸਕਦਾ, ਨਾ ਕੁਝ ਲੈ ਸਕਦਾ। ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ, ਉਸ ਨੂੰ ਕਿਉਂ ਭੁਲਾਈਏ ਜੋ ਸਾਡੀ ਅੱਗ ਦੇ ਵਿੱਚ ਰੱਖਿਆ ਕਰਦਾ ਹੈ। ਹੁਣ ਦੇਖੋ, ਅੱਗ ਦੇ ਅੰਦਰ ਇੱਕ ਤਾਂ ਮਾਂ ਦੇ ਸਾਨੂੰ ਜੀਵਨ ਮਿਲਦਾ ਹੈ, ਦੂਜਾ ਹੈ ਇਸ ਸੰਸਾਰ ਦੇ ਅੰਦਰ ਵਿਕਾਰਾਂ ਦੀ ਅੱਗ, ਕਾਮ, ਲੋਭ, ਮੋਹ, ਦੁੱਖ, ਚਿੰਤਾਵਾਂ, ਪਰੇਸ਼ਾਨੀਆਂ, ਲੜਾਈ, ਦੰਗੇ, ਫਸਾਦ, ਅੱਗ ਹੀ ਹੈ ਨਾ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਵਿਕਾਰਾਂ ਦੀ ਅੱਗ, ਜਿਹਦੇ ਅੰਦਰ ਆਮ ਦੁਨੀਆ ਜਲ ਰਹੀ ਹੈ। ਆਮ ਬੰਦਾ ਚਿੰਤਾ ਦੇ ਵਿੱਚ ਗ੍ਰਸਿਆ ਹੋਇਆ ਰਹਿੰਦਾ ਹੈ। ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਵਿਕਾਰਾਂ ਦੀ ਅੱਗ ਲੱਗੀ ਹੀ ਹੋਈ ਹੈ, ਔਰ ਉਹਦੇ ਅੰਦਰੋਂ ਇਨਸਾਨੀਅਤ, ਉਹਦੇ ਅੰਦਰੋਂ ਗੁਣ, ਜਾਂ ਉਹਦੇ ਅੰਦਰਲੀ ਜਿਹੜੀ ਸ਼ਾਂਤੀ ਹੈ, ਕੋਈ ਨਾ ਕੋਈ ਵਿਕਾਰ ਸਾੜ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਕਿਸੇ ਦੀ ਅੱਗ ਪ੍ਰਗਟ ਹੋ ਜਾਂਦੀ ਹੈ ਤੇ ਪ੍ਰਗਟ ਨਹੀਂ ਹੁੰਦੀ, ਪਰ ਸੜਦਾ ਤੇ ਆਮ ਬੰਦਾ ਹੈ ਨਾ। ਗੁਝੀ ਪਾਹੇ ਜਲੇ ਸੰਸਾਰਾ, ਜਿਵੇਂ ਆਪਾਂ ਪਹਿਲਾਂ ਇੱਕ ਦਿਨ ਵਿਚਾਰ ਕੀਤੀ ਸੀ। ਪਹਿਲਾਂ ਲੋਕ ਲੱਕੜਾਂ ਬਾਲਦੇ ਸਨ, ਪਾਥੀਆਂ, ਤੇ ਜਦੋਂ ਅੱਗ ਬਾਲਣੀ ਤੇ ਨਾਲ ਹੀ ਧੂੰ ਨਿਕਲਦਾ ਸੀ, ਤੇ ਪਤਾ ਲੱਗ ਜਾਂਦਾ ਸੀ ਕਿ ਫਲਾਣੇ ਘਰ ਦੇ ਵਿੱਚ ਅੱਗ ਬਲਦੀ ਹੈ ਪਈ, ਕਿਉਂਕਿ ਧੂੰ ਨਿਕਲ ਰਿਹਾ ਨਾ, ਪਤਾ ਲੱਗ ਗਿਆ। ਹੌਲੇ ਹੌਲੇ ਅਸੀਂ ਅਗਰ ਸਟੋਵ ਆ ਗਏ, ਤੇ ਸਟੋਵ ਦਾ ਧੂੰ ਨਹੀਂ ਸੀ ਜ਼ਿਆਦਾ ਹੁੰਦਾ, ਪਰ ਛਾਂ ਦੀ ਆਵਾਜ਼ ਬੜੀ ਹੁੰਦੀ ਸੀ। ਜਦੋਂ ਨੇੜੇ ਜਾਈਏ ਤੇ ਫਿਰ ਆਵਾਜ਼ ਆ ਜਾਂਦੀ ਸੀ ਵੀ ਇਧਰ ਤੇ ਸਟੋਵ ਬਲਦਾ ਪਿਆ। ਦੂਰੋਂ ਨਹੀਂ ਦਿਸਿਆ, ਪਰ ਅੱਗ ਬਲਦੀ ਹੈ ਪਈ। ਆਵਾਜ਼ ਤੋਂ ਪਤਾ ਲੱਗ ਗਿਆ ਕਿ ਅੰਦਰ ਅੱਗ ਬਲਦੀ ਹੈ। ਅੱਗੇ ਹੁਣ ਆ ਗਏ ਬਿਜਲੀ ਦੇ ਹੀਟਰ, ਗੈਸ, ਇਹਨਾਂ ਦੀ ਨਾ ਆਵਾਜ਼ ਤੇ ਨਾ ਧੂੰਆਂ ਹੈ। ਪਤਾ ਹੀ ਨਹੀਂ ਲੱਗਦਾ ਵੀ ਇਸ ਘਰ ਚ ਕਿੰਨੀ, ਲੇਕਿਨ ਬਲ ਤੇ ਰਹੀ ਹੈ ਸਾਰਿਆਂ ਦੇ ਘਰਾਂ ਵਿੱਚ। ਤਾਂ ਕਿਸੇ ਦੀ ਅੱਗ ਜਿਹੜੀ ਹੈ ਛਿਪ ਜਾਂਦੀ ਹੈ, ਕਿਸੇ ਦੀ ਛਪ ਜਾਂਦੀ ਹੈ। ਕਿਸੇ ਦੀ ਬੇਇੱਜ਼ਤੀ ਹੋਈ, ਦੁੱਖ ਹੋਇਆ, ਅਖਬਾਰਾਂ ਛਪ ਗਈਆਂ, ਛਿਪੀ ਰਹਿ ਗਈ। ਆਮ ਜਿਹੜਾ ਬੰਦਾ ਹੈ ਉਹ ਵਿਕਾਰਾਂ ਦੀ ਅੱਗ ਦੇ ਅੰਦਰ ਸੜ ਰਿਹਾ ਹੈ। ਤੇ ਇਹਦਾ ਮਤਲਬ ਇਹ ਵੀ ਨਹੀਂ ਕਿ ਸਾਰੇ ਸੜ ਰਹੇ ਨੇ। ਜਿਹੜੇ ਰੱਬੀ ਰਜ਼ਾ ਭਾਣ ਅੱਗ ਤੋਂ ਬਚ ਜਾਂਦੇ ਨੇ। ਇਸ ਲਈ ਗੁਰੂ ਜੀ ਕਹਿੰਦੇ ਨੇ, ਉਸ ਰੱਬ ਨੂੰ ਕਦੇ ਵੀ ਨਾ ਭੁਲਾਓ ਜਿਹੜਾ ਸਾਨੂੰ ਵਿਕਾਰਾਂ ਦੀ ਅੱਗ ਤੋਂ ਬਚਾਉਣ ਦੀ ਸਮਰੱਥਾ ਰੱਖਦਾ ਹੈ। ਤੇ ਦੂਜੀ ਸਾਨੂੰ ਇੱਥੋਂ ਇਹ ਚੀਜ਼ ਮਿਲ ਰਹੀ ਹੈ ਕਿ ਜੇ ਵਿਕਾਰਾਂ ਦੀ ਅੱਗ ਤੋਂ, ਦੁੱਖਾਂ ਦੀ ਅੱਗ ਤੋਂ ਬਚਣਾ ਚਾਹੁੰਦੇ ਹੋ, ਤੇ ਰੱਬੀ ਗੁਣਾਂ ਨੂੰ ਯਾਦ ਰੱਖੋ, ਹੁਕਮ ਨੂੰ ਯਾਦ ਰੱਖੋ, ਰੱਬ ਦੇ ਗੁਣਾਂ ਦੇ ਧਾਰਨੀ ਹੋਵੋ। ਸੰਤੋਖ ਦੇ ਧਾਰਨੀ ਹੋ ਜਾਓ ਤੇ ਅੱਗ ਤੋਂ ਬਚ ਜਾਓਗੇ। ਤਾਂ ਉਹਨੂੰ ਕਿਉਂ ਭੁਲਾਇਆ ਜਾਏ ਜਿਹੜਾ ਸਾਨੂੰ ਵਿਕਾਰਾਂ ਆਦਿਕ ਦੀ ਅੱਗ ਤੋਂ, ਸੜਨ ਤੋਂ ਬਚਾ ਲੈਂਦਾ। ਪ੍ਰਸਾਦ ਕੋ ਬਿਰਲਾ ਲੱਖ ਹੈ। ਪ੍ਰਸਾਦ ਨਹੀਂ ਪੜਨਾ, ਪ੍ਰਸਾਦ ਬੋਲਣਾ ਹੈ। ਪ੍ਰ ਕਰਕੇ ਬੋਲਣਾ ਹੈ, ਪਰ ਨਹੀਂ ਬੋਲਣਾ, ਕਿਉਂਕਿ ਪਰ ਬੋਲਿਆ
ਸਾਰਾ ਰਾਰਾ ਬੋਲ ਜਾਂਦਾ ਹੈ, ਪਰ ਸਾਧ ਪੂਰਾ ਰਾਰਾ ਬੋਲੇਗਾ। ਲੇਕਿਨ ਇੱਥੇ ਅੱਧਾ ਰਾਰਾ ਹੈ, ਇਸ ਲਈ ਬੋਲਾਂਗੇ ਪ੍ਰ। ਗੁਰ ਪ੍ਰਸਾਦ ਕੋ ਬਿਰਲਾ ਲਾਖੈ, ਤਾਹੀਂ ਕੋਈ ਵਿਰਲਾ ਇਸ ਗੱਲ ਨੂੰ ਲਾਖੇ ਦਾ ਮਤਲਬ ਵੇਖਦਾ ਹੈ, ਯਾਨੀ ਸਮਝਦਾ ਹੈ। ਗੁਰੂ ਦੀ ਕਿਰਪਾ ਹੀ ਕੋਈ ਵਿਰਲਾ ਇਸ ਗੱਲ ਨੂੰ ਸਮਝਦਾ ਹੈ। ਸਾਰੇ ਨਹੀਂ ਸਮਝ ਪਾਉਂਦੇ। ਕੋਈ ਗੁਰੂ ਦੀ ਕਿਰਪਾ ਦੇ ਨਾਲ ਵਿਰਲਾ ਸਮਝਦਾ ਹੈ ਕਿ ਰੱਬ ਸਾਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੈ, ਰੱਬ ਸਾਨੂੰ ਸਭ ਕੁਝ ਦੇਣ ਵਾਲਾ ਹੈ, ਉਹ ਸਾਡੀ ਘਾਲ ਕਲਾ ਕਮਾਈ ਨੂੰ ਅਜਾਈ ਨਹੀਂ ਜਾਣ ਦਿੰਦਾ, ਉਹ ਸਾਡੇ ਹਰ ਕਰਮ ਨੂੰ ਵੇਖ ਰਿਹਾ ਹੈ, ਉਹਦੇ ਹੁਕਮ ਨੂੰ ਬਦਲਿਆ ਨਹੀਂ ਜਾ ਸਕਦਾ, ਉਹਦੀ ਰਜ਼ਾ ਭਾਣੇ ਵਿੱਚ ਹੀ ਸਾਰੇ ਸੁੱਖ ਆਰਾਮ ਨੇ। ਇਹਨਾਂ ਗੱਲਾਂ ਨੂੰ ਕੋਈ ਵਿਰਲਾ ਸਮਝਦਾ ਹੈ ਜੋ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ ਹੈ, ਗੁਰੂ ਦੇ ਗਿਆਨ ਦਾ ਧਾਰਨੀ ਹੈ, ਜੋ ਗੁਰੂ ਤੋਂ ਵੇ ਆਫ ਲਾਈਫ ਸਿੱਖਦਾ ਹੈ, ਗੁਰੂ ਤੋਂ ਜੀਵਨ ਜੀਣ ਦਾ ਢੰਗ ਲੈਂਦਾ ਹੈ, ਗੁਰੂ ਦੇ ਗਿਆਨ ਰਾਹੀਂ ਜੋ ਵਿਚਰਦਾ ਹੈ, ਉਹ ਬੰਦਾ ਇਸ ਗੱਲ ਨੂੰ ਸਮਝ ਲੈਂਦਾ ਹੈ। ਇਸ ਲਈ ਸਾਡੇ ਵਾਸਤੇ ਮੇਨ ਚੀਜ਼ ਜੋ ਹੈ, ਉਹ ਬਾਣੀ ਨੂੰ ਪੜ੍ਹ ਕੇ ਸਮਝ ਕੇ ਉਹਦੇ ਮੁਤਾਬਕ ਜ਼ਿੰਦਗੀ ਜੀਣੀ। ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੋ ਜੀਂਦਾ ਹੈ, ਉਹ ਇਸ ਚੀਜ਼ ਨੂੰ ਸਮਝ ਲੈਂਦਾ ਹੈ। ਸੋ ਕਿਉਂ ਬਿਸਰੈ ਜੇ ਬਿਖ ਤੇ ਕੱਢ ਹੈ, ਬਿਖ ਦਾ ਮਤਲਬ ਜ਼ਹਿਰ। ਉਸ ਅਕਾਲ ਪੁਰਖ ਨੂੰ ਕਿਉਂ ਭੁਲਾਈਏ ਜੋ ਮਾਇਆ ਰੂਪੀ ਜ਼ਹਿਰ ਤੋਂ ਬਚਾਉਂਦਾ ਹੈ। ਹੁਣ ਜ਼ਹਿਰ ਜਿਹੜੀ ਚੀਜ਼ ਖਾਣ ਨਾਲ ਸਾਡੇ ਸਰੀਰ ਦੀ ਮੌਤ ਹੋ ਜਾਏ, ਉਹ ਹੋ ਗਿਆ ਜ਼ਹਿਰ। ਤੇ ਜਿਹੜੇ ਕੰਮ ਕਰਨ ਦੇ ਨਾਲ ਸਾਡੀ ਜ਼ਮੀਰ ਮਰ ਜਾਏ, ਇਨਸਾਨੀਅਤ ਮਰ ਜਾਏ, ਗੁਰੂ ਜੀ ਜ਼ਹਿਰ ਕਹਿ ਰਹੇ ਨੇ, ਤੇ ਉਹ ਜ਼ਹਿਰ ਹੈ ਮਾਇਆ। ਤੇ ਮਾਇਆ ਬਾਰੇ ਆਪਾਂ ਰੋਜ਼ ਵਿਚਾਰ ਕਰ ਰਹੇ ਹਾਂ। ਮਾਇਆ ਦਾ ਮਤਲਬ ਪੈਸਾ ਨਹੀਂ ਹੈ, ਮਾਇਆ ਦਾ ਮਤਲਬ ਔਰਤ ਹੈ। ਮਾਇਆ ਸਾਡੀ ਇੱਕ ਸੋਚ ਦਾ, ਇਹ ਮਾਇਆ ਜਿਤ ਹਰ ਵਿਰੈ ਮੋਹ ਉਪਜਾਇਆ, ਉਹ ਸੋਚ ਜਿਹੜੀ ਰੱਬ ਦੇ ਨਾਲੋਂ ਸਾਨੂੰ ਤੋੜ ਦਿੰਦੀ ਹੈ, ਇੱਕ ਦੂਜੇ ਨਾਲ ਰੱਬ ਵਰਗਾ ਵਿਹਾਰ ਨਹੀਂ ਕਰਨ ਦਿੰਦੀ। ਸਾਡੀ ਸੋਚ ਹੀ ਹੈ ਨਾ ਕਿ ਅਸੀਂ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਦੇ। ਸਾਡੀ ਉਹ ਸੋਚ ਜੋ ਸਾਨੂੰ ਅੰਦਰੋਂ ਹੋਰ ਤੇ ਬਾਹਰੋਂ ਹੋਰ ਬਣਾਉਂਦੀ ਹੈ। ਕਹਿੰਦੇ ਅਸੀਂ ਕੁਛ ਹੋਰ ਆ, ਕਰਦੇ ਕੁਛ ਹੋਰ ਆ, ਕਥਨੀ ਕਰਨੀ ਦੇ ਪੂਰੇ ਨਹੀਂ ਰਹਿੰਦੇ। ਤੇ ਸਾਡੀ ਉਹ ਸੋਚ ਜੋ ਸਾਡੇ ਸੈਲਫਿਸ਼ਨੈਸ ਪੈਦਾ ਕਰਦੀ ਹੈ, ਰੱਬ ਇਸ ਸੋਚ ਤੋਂ ਬਾਹਰ ਹੁੰਦਾ ਹੈ। ਜਦੋਂ ਅਸੀਂ ਰੱਬੀ ਗੁਣਾਂ ਨਾਲ ਜੁੜਦੇ ਹਾਂ ਨਾ, ਰੱਬੀ ਰਜ਼ਾ ਦੇ ਨਾਲ ਜੁੜਦੇ ਹਾਂ, ਤਾਂ ਬੰਦਾ ਇਸ ਸੋਚ ਵਿੱਚੋਂ ਬਾਹਰ ਆ ਜਾਂਦਾ ਹੈ। ਫਿਰ ਉਸ ਬੰਦੇ ਦੀ ਆਤਮਿਕ ਮੌਤ ਨਹੀਂ ਹੁੰਦੀ, ਫਿਰ ਉਹਨੂੰ ਸदैवी ਜ਼ਿੰਦਗੀ ਮਿਲਦੀ ਹੈ। ਤਾਂ ਐਸੇ ਰੱਬ ਨੂੰ ਕਿਉਂ ਭੁਲਾਏ ਜਿਹਦੀ ਯਾਦ, ਜਿਹਦੇ ਗੁਣ, ਜਿਹਦੀ ਰਜ਼ਾ, ਜਿਹਦੀ ਹੋਂਦ ਦਾ ਅਹਿਸਾਸ, ਜਿਹਦਾ ਪਿਆਰ ਸਾਨੂੰ ਇਸ ਮਾਇਆ ਦੀ ਜ਼ਹਿਰ ਚੋਂ ਬਾਹਰ ਕੱਢ ਦਿੰਦਾ ਹੈ। ਪਹਿਲੀ ਗੱਲ। ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਬੰਦਾ ਇਸ ਸੋਚ ਤੋਂ ਬਾਹਰ ਆਉਣਾ ਚਾਹੁੰਦਾ ਹੈ, ਜੋ ਆਪਣੀ ਸੋਚ ਵਿੱਚ ਵਿਸ਼ਾਲਤਾ ਲਿਆਉਣੀ ਚਾਹੁੰਦਾ ਹੈ, ਜੋ ਰੱਬ ਵਰਗਾ ਹੋਣਾ ਚਾਹੁੰਦਾ ਹੈ, ਰੱਬ ਵਿੱਚ ਮਿਲਣਾ ਚਾਹੁੰਦਾ ਹੈ, ਤਾਂ ਉਹਨੂੰ ਚਾਹੀਦਾ ਹੈ ਯਾਦ ਰੱਖੇ, ਆਪਣੇ ਚੇਤੇ ਵਿੱਚ ਵਸਾਏ, ਮਨ, ਬਚਨ ਔਰ ਕਰਮ ਕਰਕੇ ਰੱਬੀ ਗੁਣਾਂ ਦਾ ਧਾਰਨੀ ਹੋਵੇ। ਜਨਮ ਜਨਮ ਕਾ ਟੂਟਾ ਗੰਢ ਹੈ। ਜਨਮ ਦਾ ਮਤਲਬ ਸਮਾਂ, ਜਨਮ ਦਾ ਮਤਲਬ ਜੋ ਲੰਮਾ ਸਮਾਂ ਹੈ, ਟੂਟਾ ਦਾ ਮਤਲਬ ਟੁੱਟਿਆ ਹੋਇਆ, ਗੰਢ ਦਾ ਮਤਲਬ ਗੰਢ ਲੈਂਦਾ। ਉਸ ਰੱਬ ਨੂੰ ਕਿਉਂ ਭੁਲਾਇਆ ਜਾਏ ਜੋ ਚਿਰਾਂ ਤੋਂ ਵਿਛੜੇ ਆਪਣੇ ਨਾਲ ਗੰਢ ਲੈਂਦਾ। ਜਨਮ ਕਾ ਟੂਟਾ ਦਾ ਮਤਲਬ ਚਿਰਾਂ ਤੋਂ ਮੰਨ ਲਓ ਮੇਰੀ ਉਮਰ 62 ਸੀ ਤੇ ਮੈਂ 62 ਸਾਲ ਤੋਂ ਰੱਬ ਨਾਲੋਂ ਟੁੱਟਿਆ ਰਿਹਾ, ਸੱਚ ਨਾਲੋਂ ਟੁੱਟਿਆ ਰਿਹਾ, ਦਇਆ ਨਾਲੋਂ ਟੁੱਟਿਆ ਰਿਹਾ, ਗੁਰਬਾਣੀ ਨਾਲੋਂ ਟੁੱਟਿਆ ਰਿਹਾ। ਤਾਂ ਹੁਣ ਰੱਬ ਦੇ ਜੇ ਚਰਨਾਂ ਦੀ ਸ਼ਰਨ ਵਿੱਚ ਮੈਂ ਆਵਾਂ, ਤਾਂ ਰੱਬ ਨੇ ਇਹ ਥੋੜਾ ਕਹਿਣਾ ਵੀ ਪਹਿਲਾਂ ਤੂੰ 8 ਸਾਲ ਤਾਂ ਤੂੰ ਮੇਰੇ ਨਾਲ ਜੁੜੇਗਾ ਨਾ। ਉਹਨੇ ਇੱਕ ਪਲ ਦੇ ਵਿੱਚ ਹੀ ਗੰਢ ਲੈਣਾ ਹੈ। ਜੇ ਮੈਂ ਚਾਹਾਂ ਸੱਚ ਦੇ ਨਾਲ ਜੁੜਨਾ, ਤੇ ਇੱਕ ਪਲ ਵਿੱਚ ਹੀ ਸੱਚ ਨਾਲ ਬੰਦਾ ਜੁੜ ਜਾਂਦਾ ਹੈ, ਇੱਕ ਪਲ ਵਿੱਚ ਹੀ ਦਇਆ ਦੇ ਨਾਲ ਜੁੜ ਜਾਂਦਾ ਹੈ। ਯਾਨੀ ਜੋ ਚਿਰਾਂ ਤੋਂ ਟੁੱਟੇ ਹੋਏ ਨੇ, ਵਿਛੜੇ ਹੋਏ ਨੇ, ਉਹਨਾਂ ਨੂੰ ਆਪਣੇ ਨਾਲ ਗੰਢਣ, ਆਪਣੇ ਨਾਲ ਗੰਢ ਲੈਂਦਾ, ਜੋੜ ਲੈਂਦਾ।
पर डिपेंड करेगा कि जुड़न वाला जुड़ना चाहता है कि नहीं जुड़ना चाहता। एक बूंद समुंदर दे विच समा के जे समुंदर होना चाहे ਤਾਂ ਸਮੁੰਦਰ ਕਦੇ ਨਹੀਂ ਕਹਿੰਦਾ ਕਿ ਮੈਂ ਇਸ ਬੂੰਦ ਨੂੰ ਆਪਣੇ ਵਿੱਚ ਨਹੀਂ ਸਮਾਨ ਦੇਣਾ। ਇਹ ਬੂੰਦ ਤੇ ਡਿਪੈਂਡ ਕਰੇਗਾ ਕਿ ਬੂੰਦ ਸਮਾਣਾ ਚਾਹੁੰਦੀ ਕਿ ਨਹੀਂ ਸਮਾਣਾ ਚਾਹੁੰਦੀ। ਜਦੋਂ ਬੂੰਦ ਸਮੁੰਦਰ ਦੇ ਅੰਦਰ ਸਮਾਏਗੀ ਨਾਲ ਦੇ ਨਾਲ ਸਮੁੰਦਰ ਬਣ ਜਾਏਗੀ। ਪਰ ਪ੍ਰੋਬਲਮ ਬੂੰਦ ਦੀ ਆਪਣੀ ਆਈਡੈਂਟੀ ਖਤਮ ਹੋ ਜਾਏਗੀ। ਉਹ ਹੁਣ ਬੂੰਦ ਨਹੀਂ ਰਹੇਗੀ, ਸਮੁੰਦਰ ਹੋ ਜਾਏਗੀ। ਇਸੇ ਤਰ੍ਹਾਂ ਜਦੋਂ ਅਸੀਂ ਰੱਬ ਦੇ ਨਾਲ ਜੁੜਾਂਗੇ, ਰੱਬ ਵਿੱਚ ਸਮਾਵਾਂਗੇ, ਅਸੀਂ ਸਮਾ ਸਕਦੇ ਹਾਂ ਜਦੋਂ ਮਰਜ਼ੀ। ਪਰ ਇਹ ਪ੍ਰੋਬਲਮ ਹੈ, ਸਾਡੀ ਆਪਣੀ ਆਈਡੈਂਟੀ ਖਤਮ ਹੋ ਜਾਏਗੀ ਤੇ ਅਸੀਂ ਆਪਣੀ ਆਈਡੈਂਟੀ ਨੂੰ ਖਤਮ ਨਹੀਂ ਕਰਨਾ ਚਾਹੁੰਦੇ। ਆਪਣੀ ਆਈਡੈਂਟੀ ਨੂੰ ਖਤਮ ਨਹੀਂ ਕਰਨਾ ਚਾਹੁੰਦੇ ਆ। ਜਿਵੇਂ ਜਾਤਾਂ ਪਾਤਾਂ ਨੇ ਅਸੀਂ ਰੋਜ਼ ਵਿਚਾਰ ਕਰਦੇ, ਜਾਤਾਂ ਪਾਤਾਂ ਆਦਿਕ ਨੇ। ਸਾਡੀ ਆਈਡੈਂਟੀ ਬਣੀ ਹੋਈ ਹੈ ਕ੍ਰੋਧ ਵਾਲੀ। ਹੁਣ ਜੇ ਰੱਬ ਦੇ ਅੰਦਰ ਸਮਾਣਾ ਹੈ ਤੇ ਸਾਨੂੰ ਪ੍ਰੇਮ ਵਾਲਾ ਵਤੀਰਾ ਕਰਨਾ ਪੈਣਾ ਤੇ ਅਸੀਂ ਉਹ ਪ੍ਰੇਮ ਵਾਲਾ ਵਤੀਰਾ ਕ੍ਰੋਧ ਆਪਣਾ ਛੱਡਣਾ ਨਹੀਂ ਚਾਹੁੰਦੇ ਕਿਉਂਕਿ ਸਾਡੀ ਆਈਡੈਂਟੀ ਬਣ ਗਈ ਹੈ। ਅਸੀਂ ਦਇਆ ਕਰ ਸਕਦੇ ਹਾਂ ਪਰ ਸਾਡੀ ਜੋ ਕਠੋਰਤਾ ਵਾਲੀ ਆਈਡੈਂਟੀ ਉਹ ਖਤਮ ਹੋਏਗੀ ਤਾਂ ਅਸੀਂ ਦਇਆ ਦੇ ਵਿੱਚ ਹੋਵਾਂਗੇ ਨਾ। ਪਰ ਅਸੀਂ ਆਪਣੀ ਆਈਡੈਂਟੀ ਨੂੰ ਖਤਮ ਨਹੀਂ ਕਰਨਾ ਚਾਹੁੰਦੇ, ਆਪਣੀ ਪਹਿਚਾਨ ਨੂੰ ਗਵਾਉਣਾ ਨਹੀਂ ਚਾਹੁੰਦੇ। ਇਸ ਲਈ ਜੋ ਵੀ ਜਦੋਂ ਵੀ ਰੱਬ ਦੇ ਅੰਦਰ ਸਮਾਣਾ ਚਾਹੇ ਸਮਾ ਸਕਦਾ ਹੈ, ਪਰ ਉਹਨੂੰ ਆਪਣਾ ਆਪ ਛੱਡਣਾ ਪਵੇਗਾ, ਆਪਣੀ ਸੋਚ ਬਦਲਣੀ ਪਵੇਗੀ, ਆਪਣੀ ਮੱਤ ਛੱਡਣੀ ਪਵੇਗੀ, ਆਪਣੇ ਜੀਵਨ ਦਾ ਢੰਗ ਤਬਦੀਲ ਕਰਨਾ ਪਵੇਗਾ, ਆਪਣਾ ਨਜ਼ਰੀਆ ਚੇਂਜ ਕਰਨਾ ਪਵੇਗਾ। ਨਜ਼ਰੀਆ ਗੁਰੂ ਵਾਲਾ ਹੁਣ ਬਣਾ ਲਓ ਤੇ ਤੁਸੀਂ ਰੱਬ ਦੇ ਅੰਦਰ ਹੁਣੀ ਸਮਾ ਜਾਓਗੇ। ਤਾਂ ਗੁਰੂ ਜੀ ਕਹਿੰਦੇ ਨੇ ਉਸ ਪ੍ਰਭੂ ਨੂੰ ਕਿਉਂ ਭੁਲਾਇਆ ਜਾਏ ਜਿਹੜਾ ਚਿਰਾਂ ਤੋਂ ਟੁੱਟਿਆ ਹੋਇਆਂ ਨੂੰ ਆਪਣੇ ਨਾਲ ਗੰਢ ਲੈਂਦਾ ਹੈ। ਗੁਰਪੂਰੈ ਇੱਥੇ ਵਿਸਰਾਮ ਲਗਾਵਾਂਗੇ। ਤਤ ਇਹ ਬੁਝਾਇਆ, ਇਹਨੂੰ ਇਹ ਕਰਕੇ ਨਹੀਂ ਬੋਲਣਾ, ਈੜੀ ਨਾਲ ਸਿਹਾਰੀਏ ਈ ਹੈ, ਇਹ ਵੀ ਨਹੀਂ ਬੋਲਣਾ। ਹਾਹੇ ਦੇ ਨਾਲ ਦੁਲਾਵਾਂ ਨੇ ਇਹ ਗੁਰਪੂਰੈ। ਗੁਰਪੂਰਾ ਮਤਲਬ ਪੂਰੇ ਗੁਰੂ ਨੇ, ਤਤ ਦਾ ਮਤਲਬ ਅਸਲੀਅਤ, ਰਿਐਲਿਟੀ। ਜਿਨ੍ਹਾਂ ਸੇਵਕਾਂ ਨੂੰ ਪੂਰੇ ਗੁਰੂ ਨੇ ਗੱਲ ਸਮਝਾਈ ਹੈ, ਅਸਲੀਅਤ ਸਮਝਾ ਦਿੱਤੀ। ਪ੍ਰਭ ਆਪਣਾ ਨਾਨਕ ਜਨ ਧਿਆਇਆ, ਆਪਣਾ ਨਾਨਕ ਜਨ ਧਿਆਇਆ। ਹੇ ਨਾਨਕ, ਉਹਨਾਂ ਸੇਵਕਾਂ ਨੇ ਆਪਣੇ ਪ੍ਰਭੂ ਆਇਆ ਦਾ ਮਤਲਬ ਧਿਆਨ ਵਿੱਚ ਰੱਖਿਆ ਹੈ, ਜਿਨ੍ਹਾਂ ਨੂੰ ਪੂਰੇ ਗੁਰੂ ਨੇ ਇਹ ਅਸਲੀਅਤ ਸਮਝਾ ਦਿੱਤੀ। ਜਾਂ ਦੂਜੇ ਲਫ਼ਜ਼ਾਂ ਵਿੱਚ ਕਹੀਏ ਕਿ ਜਿਨ੍ਹਾਂ ਨੇ ਗੁਰੂ ਤੋਂ ਇਸ ਅਸਲੀਅਤ ਨੂੰ ਸਮਝ ਲਿਆ। ਹੁਣ ਗੁਰੂ ਸਾਨੂੰ ਇਹ ਅਸਲੀਅਤ ਸਮਝਾਏਗਾ, ਪਰ ਸਮਝਾਏਗਾ ਤਾਂ ਜੇ ਅਸੀਂ ਸਮਝਣ ਵਾਸਤੇ ਗੁਰੂ ਦੇ ਚਰਨਾਂ ਵਿੱਚ ਜਾਵਾਂਗੇ। ਜੇ ਗੁਰੂ ਦੀ ਪਾਵਨ ਬਾਣੀ ਪੜਾਂਗੇ ਤਾਂ ਗੁਰੂ ਨੇ ਜਿਨ੍ਹਾਂ ਨੂੰ ਇਹ ਅਸਲੀਅਤ ਸਮਝਾ ਦਿੱਤੀ, ਜਿਨ੍ਹਾਂ ਦੀ ਸਮਝ ਵਿੱਚ ਗੁਰੂ ਬਾਣੀ ਰਾਹੀਂ ਇਹ ਉਹਨਾਂ ਨੇ ਫਿਰ ਆਪਣੇ ਪ੍ਰਭੂ ਦਾ ਹੀ ਧਿਆਨ ਧਰਿਆ ਹੈ। ਉਹਨਾਂ ਦੇ ਧਿਆਨ ਵਿੱਚ ਸਿਰਫ ਰੱਬ, ਰੱਬ ਦੇ ਗੁਣ, ਰੱਬ ਦਾ ਹੁਕਮ ਹੈ। ਫਿਰ ਉਹਨਾਂ ਦੇ ਦਿਮਾਗ ਦੇ ਅੰਦਰ, ਉਹਨਾਂ ਦੀ ਮਤ ਬੁੱਧੀ ਦੇ ਅੰਦਰ ਊਲ ਜਲੂਲ ਕੁਛ ਨਹੀਂ ਰਹਿੰਦਾ। ਉਹਨਾਂ ਨੂੰ ਇਸ ਚੀਜ਼ ਦੀ ਸਮਝ ਆ ਗਈ। ਹੁਣ ਦੇਖੋ, ਸਾਡੀ ਪ੍ਰੋਬਲਮ ਆਮ ਬੰਦੇ ਦੀ, ਸਾਰਿਆਂ ਦੀ ਨਹੀਂ, ਆਮ ਬੰਦੇ ਦੀ ਪ੍ਰੋਬਲਮ ਇਹ ਹੈ ਕਿ ਸਾਨੂੰ ਸਮਝਾਣਾ ਹੈ ਗੁਰੂ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ, ਜਾਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਹੈ ਸਾਡਾ ਸ੍ਰੀ ਗੁਰੂ ਸਾਹਿਬ। ਤਤ ਦੀ ਸਮਝ ਸਾਨੂੰ ਆਉਣੀ ਗੁਰੂ ਦੀ ਪਾਵਨ ਬਾਣੀ ਤੋਂ। ਤੇ ਅਸੀਂ ਸਮਝਣਾ ਕਿਵੇਂ ਆ? ਕਿਸੇ ਬਾਬੇ ਦਾ ਕਦੇ ਅਸੀਂ ਕਹਿੰਦਾ ਕਿ ਫਲਾਂ ਇੰਜ ਕਹਿੰਦਾ, ਫਲਾਂ ਵਿਦਵਾਨ ਇੰਜ ਕਹਿੰਦਾ, ਆਪਣੀ ਕਿਤਾਬ ਦੇ ਵਿੱਚ ਇਹ ਲਿਖਿਆ ਹੈ, ਉਸ ਮੈਂ ਪੜਿਆ ਸੀ ਉੱਥੇ ਇਹ ਲਿਖਿਆ ਸੀ। ਹੁਣ ਅਸੀਂ ਸਮਝਣਾ ਕਿੱਥੋਂ ਚਾਹ ਰਹੇ ਹਾਂ? ਕਿਸੇ ਰਾਈਟਰ ਤੋਂ ਨਾ, ਕਿਸੇ ਹੋਰ ਕਿਤਾਬ ਤੋਂ ਨਾ, ਕਿਸੇ ਹੋਰ ਬੁੱਕ ਤੋਂ ਨਾ। ਅਸਲੀਅਤ ਦੀ ਸਮਝ ਆਉਣੀ ਸੀ ਗੁਰਬਾਣੀ ਤੋਂ।
ਗੁਰੂ ਤੋਂ, ਤੇ ਅਸੀਂ ਸਮਝਣਾ ਚਾਹ ਰਹੇ ਹਾਂ ਕਿਤੇ ਹੋਰ ਤੋਂ। ਹੁਣ ਹੋਰ ਦੇ ਵਿੱਚ ਸੰਭਾਵਨਾ ਹੈ ਭੁੱਲਣ ਦੀ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਾਰ। ਮੇਰੇ ਅੰਦਰ ਪੋਸੀਬਿਲਿਟੀ ਹੈ ਭੁੱਲ ਦੀ, ਗਲਤੀ ਦੀ, ਮੈਂ ਗਲਤ ਹੋ ਸਕਦਾ ਹਾਂ, ਆਮ ਹੋ ਸਕਦਾ ਹਾਂ, ਤੁਸੀਂ ਗਲਤ ਹੋ ਸਕਦੇ ਹੋ, ਕਿਉਂਕਿ ਮਤ ਸੀਮ ਰੱਬ ਔਰ ਗੁਰੂ ਅਭੁੱਲ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਾਡੀ ਜਿਹੜੀ ਪ੍ਰੋਬਲਮ ਹੈ ਕਿ ਅਸੀਂ ਗੁਰੂ ਤੱਤ ਨਹੀਂ ਸਮਝਿਆ, ਗੁਰੂ ਦੀ ਬਾਣੀ ਨੂੰ ਸਮਝਣ ਦੀ ਟਰਾਈ ਨਹੀਂ ਕੀਤੀ, ਅਸੀਂ ਹੋਰ ਨਾ ਲੋਕਾਂ ਤੋਂ ਸਮਝ ਕੀਤਾ। ਇਸ ਕਰਕੇ ਵੀ ਪਈ ਵਿਚਾਰਕ ਪੈਦਾ ਹੋਏ ਔਰ ਉਹਨਾਂ ਨੂੰ ਵੀ ਛੱਡ ਦੇਈਏ, ਸਾਡੇ ਅੰਦਰ ਕੋਈ ਆਤਮਿਕ ਵਿਕਾਸ ਵੀ ਨਹੀਂ ਹੋਇਆ, ਜਿਨ ਅੰਦਰ ਵੀ ਅਸੀਂ ਨਹੀਂ ਸਮਾ ਦਾ ਦੀਦਾਰ ਵੀ ਨਹੀਂ। ਰੀਜਨ ਇੱਕੋ ਹੀ ਕਿਸਮ ਦੇ ਗੁਰੂ ਤੋਂ ਸਮਝਣ ਦਇਆ, ਜੇ ਗੁਰੂ ਨੇ ਇਹ ਅਸਲੀਅਤ ਸਮਝਾ ਦਿੱਤੀ, ਅਬ ਆਪਣਾ ਨਾਨਕ ਜਨ ਧਿਆਇਆ, ਉਹਨਾਂ ਜਨਾਂ ਨੇ ਸਿਰਫ ਦੇ ਹੁਕਮ ਨੂੰ ਅਪਣਾਇਆ, ਰੱਬੀ ਰਜਾ ਦੇ ਅੰਦਰ ਤੁਰੇ। ਹੁਣ ਗੁਰੂ ਜੀ ਸਾਨੂੰ ਅਗਲੀ ਗੱਲ ਦੱਸ ਰਹੇ ਨੇ, ਸਾਜਨ ਸਨ ਕਰੋ ਇਹ ਕਾਮ। ਸਾਜਨ ਦਾ ਮਤਲਬ, ਸਨ ਦਾ ਮਤਲਬ ਪਿਆਰੇ, ਕਰੋ ਦਾ ਮਤਲਬ ਕਰੋ, ਇਹ ਕਾਮ ਦਾ ਮਤਲਬ ਇਹ ਕੰਮ ਕਿ ਪਿਆਰੇ ਇਹ ਕੰਮ ਕਰੋ। ਕਿ ਨਾ ਵੀ ਮੇਰੀ ਇਹ ਪ੍ਰੋਬਲਮ ਹੈ, ਨਾ ਸਾਰੀ ਗੱਲਬਾਤ ਸੁਣ ਕੇ ਦੇਰ ਤੋਂ ਇੰਦ ਕਰ ਵੀ ਇੱਕ ਕੰਮ ਕਰ, ਜੇ ਤੂੰ ਕੰਮ ਕਰ ਲਵੇਂ ਤੇ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ। ਇਹ ਕੰਮ ਤਾਂ ਗੁਰੂ ਨੂੰ ਸਮਝਾ ਰਹੇ ਨੇ ਪਿਆਰੇ ਨੂੰ, ਇਹ ਕੰਮ ਕਰੋ, ਇਹ ਕਰ ਲਓ, ਜੇ ਤੁਸੀਂ ਇਹ ਕੰਮ ਕਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਕਿਹੜਾ ਕੰਮ? ਆਨ ਤਿਆਗ ਜਪੋ ਹਰ, ਆਨ ਤਿਆਗ, ਤਿਆਗ ਲਗਾਣਾ ਹੈ। ਆਨ ਦਾ ਮਤਲਬ ਹੋਰ, ਤਿਆਗ ਦਾ ਮਤਲਬ ਤਿਆਗ ਕੇ, ਕਿ ਹੋਰ ਸਭ ਕੁਝ ਛੱਡ ਕੇ, ਹੋਰ ਸਭ ਕੁਝ ਤਿਆਗ ਕੇ। ਜਪੋ ਹਰ ਨਾਮ, ਜਪੋ ਦਾ ਮਤਲਬ ਜਾਣੋ, ਅਪਾਓ। ਹਰ ਨਾਮ ਦਾ ਮਤਲਬ ਰੱਬ ਦਾ ਹੁਕਮ, ਰੱਬ ਦੇ ਗੁਣ, ਕਿ ਰੱਬ ਦੇ ਹੁਕਮ ਨੂੰ ਜਾਣੋ, ਰੱਬ ਦੇ ਗੁਣਾਂ ਨੂੰ ਜਾਣੋ, ਰੱਬ ਦੇ ਗੁਣਾਂ ਦੇ ਧਾਰਨੀ ਹੋਵੋ, ਦੀ ਰਜਾ ਦੇ ਅੰਦਰ ਤੁਰੋ, ਬਾਕੀ ਸਾਰਾ ਕੁਝ ਛੱਡ ਦਿਓ। ਤਿਆਗ, ਆਨ ਦਾ ਮਤਲਬ ਕੁਛ ਛੱਡ ਕੇ ਹੁਕਮ ਅਨੁਸਾਰ ਜ਼ਿੰਦਗੀ ਜੀਵੋ। ਹੁਣ ਆ ਕੀ ਇੱਥੇ ਦਾ ਮਤਲਬ ਇਹ ਨਹੀਂ ਕਿ ਖੇਤੀ ਜੋ ਕਰਨੀ ਛੱਡ ਦਿਓ, ਇਹਦੀ ਗੱਲ ਨਹੀਂ ਹੈ। ਜੋ ਧਰਮ ਦੇ ਨਾਮ ਦੇ ਉੱਤੇ ਕਾਂਡ ਕਰ ਰਹੇ ਹੋ, ਬਾਕੀ ਸਾਰੇ ਛੱਡ ਦਿਓ। ਜਿਵੇਂ ਆ ਵੀ ਤੀਰਥਾਂ ਤੇ ਨਾਤਿਆਂ ਸਾਨੂੰ ਮੁਕਤੀ, ਤੇ ਹੁਣ 60 ਸਾਲ ਦੇ ਤੇ ਸੀ ਕਰੀਬ ਸਾਡੇ ਵਿੱਚੋਂ ਬਹੁਤ ਨਾ ਵੀਰ ਭੈਣਾਂ 50-60 ਸਾਲ ਦੇ, 40 ਸਾਲ ਤੋਂ ਉੱਤੇ ਹੀ ਆ ਸੀ ਸਾਰੇ ਕਲਾਸ ਵਿੱਚ, ਕੋਈ ਥੋੜੀ ਨੇ ਘੱਟ ਥੋੜੀ ਪੈਣਾ। ਹੁਣ 40 50 60 ਸਾਲ ਤੇ ਸਾਨੂੰ ਹੋ ਗਏ ਤੀਰ ਦੇ ਨਾਤਿਆਂ, ਮਿਲਿਆ ਤੇ ਹੈ ਨਹੀਂ, ਸ਼ਾਂਤੀ ਆਈ ਤੇ ਹੈ ਨਹੀਂ। ਵਰਤ ਰੱਖਦਿਆਂ, ਨਰਾਤੇ ਕਰਦਿਆਂ, ਸਰਾਧ ਕਰਦਿਆਂ, ਧੂਫਾਂ ਤਖਾਂਦਿਆਂ, ਜੋਤ ਕੋ ਮਨਾਰੀ ਕਰ ਰਹੇ ਆ ਨਾ, ਭੋਗ ਲਵਾ ਰਹੇ ਆ, ਵਰਤ ਰੱਖ ਰਹੇ ਆ, ਤੀਰਥਾਂ ਤੇ ਜਾ ਰਹੇ ਆ, ਸੰਜਮ ਲੋਕ ਕਰ ਰਹੇ ਨੇ, ਯੋਗਾ ਕਰ ਰਹੇ ਨੇ, ਹੋਰ ਕਿੰਨੇ ਸਾਰੇ ਕਰਮ ਨੇ, ਇਹਨਾਂ ਨਾਲ ਮਿਲਿਆ ਤੇ ਕੱਖ ਨਹੀਂ, ਟਾਈਮ ਖਰਾਬ ਜ਼ਰੂਰ ਹੋਇਆ। ਤੇ ਜੇ ਰੱਬ ਦੀ ਰਜਾ ਵਿੱਚ ਤੁਰੇ ਹੁੰਦੇ, ਜੇ ਰੱਬ ਦੇ ਹੋਏ ਹੁੰਦੇ, ਤਾਂ ਜ਼ਿੰਦਗੀ ਸਫਲ ਹੋ ਜਾਣੀ ਸੀ। ਇਹ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੋ ਸਾਨੂੰ ਗੁਣ ਦੱਸੇ ਨੇ ਗੁਰੂ ਜੀ ਨੇ ਰੱਬ ਦੇ, ਜੇ ਉਹਨਾਂ ਗੁਣਾਂ ਦੇ ਧਾਰਨੀ ਹੋਏ ਹੁੰਦੇ ਤਾਂ ਅਸੀਂ ਪ੍ਰਭੂ ਦਾ ਰੂਪ ਹੋ ਜਾਣਾ ਸੀ। ਆਸ ਪੌੜੀ ਦੀ ਵਿਚਾਰ ਕੀਤੀ ਹੈ, ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। 8-9 ਗੁਣ ਨੇ, ਜੇ ਉਹਨਾਂ ਗੁਣਾਂ ਦੇ ਧਾਰਨ ਹੋਏ ਹੁੰਦੇ ਸੀ, ਪ੍ਰਭੂ ਦੇ ਕਿਰਪਾ ਦੇ ਪਾਤਰ ਬਣ ਜਾਣਾ ਸੀ। ਇਸ ਲਈ ਗੁਰੂ ਜੀ ਕਹਿੰਦੇ ਨੇ, ਆਨ ਤੇ ਹਰਨ, ਬਾਕੀ ਕਰਮ ਕਾਂਡ ਛੱਡ ਕੇ ਮਨ ਮਤਾਂ ਦੇ ਗੁਰੂ ਰੱਬ ਦੇ ਗੁਣਾਂ ਦੇ ਧਾਰਨੀ ਪੜੋ। ਕੀ ਹੋਏਗਾ ਫਿਰ? ਸਿਮਰ ਸਿਮਰ
ਸਿਮਰ ਸੁਖ ਪਾਵੋ। ਯਾਦ ਕਰ, ਜੇ ਤੁਸੀਂ ਮਨ ਬਚਨ ਕਰਮ ਕਰਕੇ ਰੱਬੀ ਗੁਣਾਂ ਨੂੰ ਯਾਦ ਰੱਖੋਗੇ, ਮਨ ਬਚਨ ਔਰ ਕਰਮ ਕਰਕੇ ਰੱਬੀ ਗੁਣਾਂ ਨੂੰ ਯਾਦ ਰੱਖ ਕੇ ਸੁਖ ਪਾਵੋ ਦਾ ਮਤਲਬ ਤੁਸੀਂ ਸੁਖ ਪਾ ਲਵੋਗੇ। ਜਿਹੜਾ ਯਾਦ ਰੱਖੇਗਾ, ਜਿਹੜਾ ਵੀ ਆਪਣੇ ਚੇਤੇ ਵਿੱਚ ਵਸਾਏਗਾ, ਆਪਣੀ ਸੋਚ ਅੰਦਰ ਵਸਾਏਗਾ, ਜਿਹਦੇ ਮਨ ਬਚਨ ਔਰ ਕਰਮ ਵਿੱਚ ਰੱਬ ਦੇ ਗੁਣ ਹੋਣਗੇ, ਸੋਚ ਵਿੱਚ ਵੀ ਰੱਬ ਦੇ ਗੁਣ, ਬੋਲਾਂ ਵਿੱਚ ਵੀ ਰੱਬ ਦੇ ਗੁਣ, ਵਿਹਾਰ ਵਿੱਚ ਵੀ ਰੱਬ ਦੇ ਗੁਣ, ਸੁਖ ਪਾ ਲਵੇਗਾ। ਅਹੰਕਾਰ ਹੈ, ਬੋਲਾਂ ਵਿੱਚ ਕਠੋਰਤਾ ਹੈ ਤੇ ਵਿਹਾਰ ਦੇ ਅੰਦਰ ਹੇਰਾ ਫੇਰੀਆਂ ਨੇ, ਤਾਂ ਫਿਰ ਸੁਖ ਤਾਂ ਨਹੀਂ ਨਾ ਮਿਲਣਾ। ਦੇਖੋ ਸੌਖਾ ਦੱਸ ਰਹੇ ਨੇ ਕਿ ਰੱਬੀ ਰਜ਼ਾ ਨੂੰ ਫੋਲੋ ਕਰੋ, ਰੱਬੀ ਗੁਣਾਂ ਨੂੰ ਯਾਦ ਰੱਖੋ ਔਰ ਸੁਖ ਪਾਲੋ। ਸਿਮਰ 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 ਸੁਖ ਪਾਵੋ। ਤੇ ਨਾਲ ਫਿਰ ਕੀ ਕਰੋ, ਆਪ ਜਪੋ, ਅਵਰਹਿ ਨਾਮ ਜਪਾਵੋ। ਜਪੋ ਦਾ ਮਤਲਬ ਜਾਣੋ, ਸਮਝੋ, ਅਮਲ ਕਰੋ। ਆਪ ਹੁਕਮ ਨੂੰ ਜਾਣੋ, ਆਪ ਰੱਬ ਦੇ ਗੁਣਾਂ ਦੇ ਧਾਰਨੀ ਹੋਵੋ, ਇਹਨਾਂ ਚੀਜ਼ਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੋ। ਅਵਰਹਿ ਨਾਮ ਜਪਾਵੋ ਤੇ ਦੂਜਿਆਂ ਨੂੰ ਵੀ ਨਾਮ ਬਾਰੇ ਜਾਣਕਾਰੀ ਦਿਓ। ਨਾਮ ਦਾ ਮਤਲਬ ਭਾਣਾ, ਰੱਬ ਦੇ ਗੁਣ, ਦੂਜਿਆਂ ਨੂੰ ਵੀ ਜਪਾਓ। ਜਪਾਓ ਦਾ ਮਤਲਬ ਉਹਨਾਂ ਨੂੰ ਇਹ ਖਬਰ ਦਿਓ ਕਿ ਭਾਈ ਤੁਸੀਂ ਵੀ ਰੱਬੀ ਰਜ਼ਾ ਦੇ ਵਿੱਚ ਤੁਰੋ, ਰੱਬ ਦੇ ਧਾਰਨੀ ਹੋਵੋ। ਫਿਰ ਇਹ ਜੀਵਨ ਜਿਹੜਾ ਸਫਲਾ ਹੋ ਜਾਏਗਾ। ਤਾਂ ਸਾਨੂੰ ਇਥੋਂ ਉਪਦੇਸ਼ ਇਹ ਮਿਲ ਰਿਹਾ ਹੈ ਕਿ ਮੈਂ ਖੁਦ ਵੀ ਗੁਣਾਂ ਦੇ ਧਾਰਨੀ ਹੋਣਾ, ਰੱਬੀ ਰਜ਼ਾ ਵਿੱਚ ਤੁਰਨਾ ਹੈ। ਤੇ ਬਾਕੀ ਜੋ ਮੇਰੇ ਭੈਣ ਭਰਾ ਸੰਗੀ ਸਾਥੀ ਜਿੱਥੇ ਵੀ ਮੈਂ ਜੌਬ ਕਰਦਾ ਜਾਂ ਜਿਹੜੇ ਵੀ ਮੇਰੇ ਮਿਲਵਰਤਨ ਵਿੱਚ ਨੇ, ਉਹਨਾਂ ਨੂੰ ਮੈਂ ਗੁਣਾਂ ਦੀ ਪ੍ਰੇਰਨਾ ਕਰਨੀ ਹੈ ਵੀ ਰੱਬੀ ਗੁਣਾਂ ਦੇ ਧਾਰਨੀ ਬਣੋ, ਵੀ ਰਜ਼ਾ ਮੁਤਾਬਿਕ ਜ਼ਿੰਦਗੀ ਜੀਵੋ, ਤੁਹਾਨੂੰ ਵੀ ਸੁੱਖ ਸ਼ਾਂਤੀ ਮਿਲੇਗੀ। ਦੇਖੋ ਕਿੰਨਾ ਸੌਖਾ ਕੰਮ ਹੈ। ਉਹ ਅਵਰਹਿ ਨਾਮ ਜਪਾਓ, ਭਗਤ ਪਾਏ ਤਰੀਐ ਸੰਸਾਰ। ਭਾਏ ਦਾ ਮਤਲਬ ਪ੍ਰੇਮ, ਭਗਤ ਦਾ ਮਤਲਬ ਭਗਤੀ। ਭਗਤ ਜੋ ਪ੍ਰਭੂ ਦੀ ਭਗਤੀ ਨਾਲ ਪਿਆਰ ਪਾਇਆ ਸੰਸਾਰ ਸਮੁੰਦਰ ਤੋਂ ਤਰ ਜਾਈ। ਤੇ ਭਗਤੀ ਕੀ ਹੈ ਜੀ? ਰੱਬ ਦੀ ਰਜ਼ਾ ਵਿੱਚ ਤੁਰਨਾ ਹੀ ਰੱਬ ਦੀ ਭਗਤੀ ਹੈ। ਰੱਬ ਦੇ ਗੁਣਾਂ ਦੇ ਧਾਰਨੀ ਹੋਣਾ ਹੀ ਰੱਬ ਦੀ ਭਗਤੀ ਹੈ। ਵਿਣ ਗੁਣ ਕੀਤੇ ਭਗਤ ਨਾ ਹੋਏ। ਰੱਬਾਂ ਦੇ ਧਾਰਨੀ ਹੋਣ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਹੁਣ ਜੇ ਕੋਈ ਕਹੇ ਕਿ ਮੈਂ ਮਾਲਾ ਫੇਰ ਰਿਹਾ, ਮੈਂ ਤੇ ਸਵੇਰੇ ਉੱਠ ਕੇ 2-2.5 ਘੰਟੇ ਸਮਾਧੀ ਲਾਣਾ ਤੇ ਇਹ ਮੈਂ ਭਗਤੀ ਕਰ ਰਿਹਾ ਹਾਂ, ਪਰ ਸਾਰਾ ਦਿਨ ਜੇ ਉਹ ਠੱਗੀਆਂ ਮਾਰਦਾ ਹੈ, ਝੂਠ ਬੋਲਦਾ ਹੈ, ਈਰਖਾ ਕਿਸੇ ਵੀ ਢੰਗ ਦੇ ਨਾਲ, ਤਾਂ ਇਹ ਭਗਤੀ ਨਹੀਂ ਹੈ, ਵਿਖਾਵਾ ਹੈ, ਬਗਲੇ ਵਾਲੀ ਸਮਾਧੀ ਹੈ। ਸਮਾਧੀ ਤੇ ਬਗਲਾ ਵੀ ਲਾ ਖਲੋਤਾ ਹੈ, ਪਾਣੀ ਵਿੱਚ ਖੜਾ ਹੈ, ਇੱਕ ਲੱਤ ਤੇ ਖਲੋਤਾ ਹੈ, ਹਿਲ ਜੁਲ ਵੀ ਬਿਲਕੁਲ ਨਹੀਂ ਰਿਹਾ। ਬਗਲੇ ਵਰਗੀ ਸਮਾਧੀ ਲਾਣੀ ਬਹੁਤ ਔਖੀ। ਪਰ ਜਦੋਂ ਡੱਡੀ ਮੱਝੇ ਕੋਈ ਬਚ ਕੇ ਤੁਰ ਜਾਏ, ਨਾਲ ਦੇ ਨਾਲ ਝੜੱਪਾ ਮਾਰ ਕੇ ਫੜ ਲੈਂਦਾ, ਤਾਂ ਉਹ ਬਗਲੇ ਦੀ ਜਿਹੜੀ ਭਗਤੀ ਹੈ ਜਾਂ ਸਮਾਧੀ ਹੈ, ਉਹ ਰੱਬ ਦੀ ਭਗਤੀ ਨਹੀਂ। ਉਹ ਤੇ ਜੀਵਨ ਨੂੰ ਫਸਾਉਣ ਵਾਸਤੇ ਆਰਾਮ ਨਾਲ ਖਲੋਤਾ ਹੈ, ਜੇ ਮੈਂ ਹਿੱਲਿਆ ਤੇ ਮੇਰੇ ਨੇੜੇ ਕਿਸੇ ਨੇ ਆਉਣਾ ਨਹੀਂ। ਇਸੇ ਤਰ੍ਹਾਂ ਜੇ ਕੋਈ ਸਮਾਧੀ ਲਾ ਰਿਹਾ ਹੈ, ਧਾਰਮਿਕ ਪਹਿਨਾਵਾ ਪਹਿਨਿਆ ਹੋਇਆ ਹੈ, ਔਰ ਜੇ ਉਹ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਨ ਵਾਸਤੇ ਕਰ ਰਿਹਾ ਸਾਰਾ ਕੁਝ, ਤਾਂ ਇਹ ਭਗਤੀ ਨਹੀਂ, ਇਹ ਠੱਗੀ ਹੈ। ਭਗਤੀ ਦਾ ਮਤਲਬ ਹੈ ਰੱਬ ਦੇ ਗੁਣਾਂ ਦੇ ਧਾਰਨੀ ਹੋਣਾ। ਭਗਤੀ ਦਾ ਮਤਲਬ ਹੈ ਰੱਬ ਦੀ ਰਜ਼ਾ ਵਿੱਚ ਜੀਣੀ। ਭਗਤੀ ਦਾ ਮਤਲਬ ਹੈ ਗੁਰਬਾਣੀ ਦੇ ਦਿੱਤੇ ਵੇ ਆਫ ਲਾਈਫ ਮੁਤਾਬਕ ਜੀਵਨ ਬਿਤਾਣਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਰੱਬੀ ਰਜ਼ਾ ਹੈ, ਰੱਬੀ ਗੁਣ ਨੇ, ਉਹਨਾਂ ਦੇ ਨਾਲ ਪਿਆਰ ਪਾਇਆ ਸੰਸਾਰ ਤੋਂ। ਸੰਸਾਰ ਦਾ ਮਤਲਬ ਵਿਕਾਰ, ਪਾਪ, ਅਪਰਾਧ, ਦੁੱਖ। ਬਿਨ ਭਗਤੀ ਤਨ ਹੋਸ ਛਾਰ, ਮਤਲਬ ਮਿੱਟੀ। ਹੋਸੀ ਦਾ ਮਤਲਬ ਹੋ ਜਾਏਗੀ। ਰੱਬੀ ਗੁਣਾਂ ਤੋਂ ਬਿਨਾ ਇਹ ਤਨ ਮਿੱਟੀ ਹੋ ਜਾਏਗਾ। ਮਿੱਟੀ ਦਾ ਮਤਲਬ ਬੇਕਾਰ ਚਲਾ ਜਾਏਗਾ, ਵਿਅਰਥ ਚਲਾ ਜਾਏਗਾ। ਦੇਖੋ ਜੇ ਗੁਣਾਂ ਦੇ ਧਾਰਨੀ ਨਾ ਵੀ ਹੋਵੋਗੇ ਤਾਂ ਵੀ ਸਰੀਰ ਨੇ ਮਰ ਜਾਣਾ ਹੈ।
ਗੁਣਾਂ ਦੇ ਧਾਰਨੀ ਹੋਵਾਂਗੇ ਤਾਂ ਵੀ ਸਰੀਰ ਨੇ ਮਰ ਜਾਣਾ। ਪਰ ਦੋ ਤਰ੍ਹਾਂ ਦੇ ਬੰਦੇ ਨੇ, ਉਹ ਨੇ ਜਿਨ੍ਹਾਂ ਨੇ ਇਸ ਦੁਨੀਆ ਵਿੱਚ ਪਾਪ ਅਪਰਾਧ ਕਮਾਏ, ਆਪ ਵੀ ਦੁਖੀ ਰਹੇ, ਲੋਕਾਂ ਨੂੰ ਵੀ ਦੁੱਖ ਪੈਦਾ ਕੀਤਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਦੁੱਖਾਂ ਦੇ ਕੰਡੇ ਬੀਜ ਗਏ। ਇੱਕ ਤੇ ਉਹ ਨੇ, ਲੇਕਿਨ ਸਰੀਰ ਕਰਕੇ ਉਹ ਮਰ ਗਏ। ਇੱਕ ਉਹ ਨੇ ਜਿਨ੍ਹਾਂ ਨੇ ਚੰਗੀ ਜ਼ਿੰਦਗੀ ਜੀਵੀ, ਸੱਚਾਈ ਵਾਲੀ, ਦਇਆ ਵਾਲੀ, ਪਿਆਰ ਵਾਲੀ, ਔਰ ਉਹਨਾਂ ਨੇ ਲੋਕ ਭਲਾਈ ਦੇ ਬੜੇ ਸਾਰੇ ਕਰਮ ਕੀਤੇ, ਬਹੁਤ ਸਾਰੇ ਲੋਕਾਂ ਨੂੰ ਚੰਗੇ ਰਾਸਤੇ ਤੇ ਪਾਇਆ, ਆਪ ਵੀ ਸੁਖੀ ਰਹੇ, ਦੂਜਿਆਂ ਨੂੰ ਵੀ ਸੁੱਖ ਦਿੱਤਾ ਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਸੁੱਖਾਂ ਦਾ ਰਾਹ ਪੱਧਰਾ ਕਰ ਗਏ। ਹੁਣ ਇਹਦੇ ਵਿੱਚੋਂ ਦੱਸੋ ਜ਼ਿਆਦਾ ਠੀਕ ਕੌਣ ਰਿਹਾ? ਸ਼ੁਭ ਗੁਣਾਂ ਵਾਲੇ ਦਾ ਨਾ, ਬਾਕੀ ਤੇ ਆਪਣੀ ਜ਼ਿੰਦਗੀ ਨੂੰ ਬੇਕਾਰ ਹੀ ਗਵਾ ਗਿਆ। ਤਾਂ ਗੁਰੂ ਜੀ ਕਹਿੰਦੇ ਨੇ ਤੁਹਾਡੇ ਇਸ ਤਨ ਨੇ ਛਾਰ ਹੋ ਜਾਣਾ ਹੈ, ਯਾਨੀ ਰਾਖ ਹੋ ਜਾਏਗਾ। ਇਹ ਨਿਕੰਮਾ ਹੈ ਸਰੀਰ, ਇਹ ਤੁਹਾਨੂੰ ਸੁੱਖ ਨਹੀਂ ਦੇਵੇਗਾ ਜੇ ਗੁਣਾਂ ਦੇ ਹੋਗੇ। ਜੇ ਔਗਣਾਂ ਦੇ ਧਾਰਨੀ ਹੋਗੇ ਤੇ ਸਰੀਰ ਵੀ ਖਰਾਬ ਹੋ ਜਾਏਗਾ। ਔਗਣਾਂ ਦੇ ਧਾਰਨੀ ਹੋਗੇ ਤੇ ਦੁੱਖ ਵੀ ਹੋਏਗਾ, ਜੇਲਾਂ ਵਿੱਚ ਜਾਓਗੇ, ਸ਼ਰਾਬਾਂ ਪੀ ਪੀ ਕੇ ਆਪਣਾ ਤਨ ਖਰਾਬ ਕਰੋਗੇ, ਧਨ ਖਰਾਬ ਕਰ ਲੋਗੇ, ਰਿਸ਼ਤੇ ਖਰਾਬ ਕਰ ਲੋਗੇ, ਬੇਕਾਰ ਹੋ ਜਾਏਗਾ ਨਾ। ਇਸ ਲਈ ਬਿਨਾਂ ਗੁਣਾਂ ਤੋਂ ਇਹ ਜਿਹੜਾ ਸਰੀਰ ਹੈ ਨਿਰਾਖ ਹੋ ਜਾਣਾ ਹੈ, ਇਹ ਵਿਅਰਥ ਹੈ, ਬੇਕਾਰ ਹੈ। ਇਹਦੀ ਕੀਮਤ ਤਾਂ ਹੀ ਹੈ ਜੇ ਅਸੀਂ ਗੁਣਾਂ ਦੇ ਧਾਰਨੀ ਹੁੰਦੇ ਆ। ਸਰਬ ਕਲਿਆਣ ਸੁਖ ਨਿਧ ਨਾਮ। ਕਲਿਆਣ ਦਾ ਮਤਲਬ ਭਲੇ ਭਾਗ, ਖੁਸ਼ੀਆਂ। ਕਲਿਆਣ ਦਾ ਮਤਲਬ ਖੁਸ਼ੀਆਂ। ਸੁਖ ਦਾ ਮਤਲਬ ਸੁਖ। ਸੁਖ ਨਿਧ ਦਾ ਮਤਲਬ ਸੁਖਾਂ ਦਾ ਖਜ਼ਾਨਾ। ਤੇ ਨਾਮ ਦਾ ਮਤਲਬ ਹੁਕਮ। ਸਰਬ ਕਲਿਆਣ ਸੁਖ ਨਿਧ ਨਾਮ। ਸਾਰੇ ਸੁਖਾਂ ਦਾ ਔਰ ਸਾਰੀਆਂ ਖੁਸ਼ੀਆਂ ਦਾ ਖਜ਼ਾਨਾ ਨਾਮ ਹੈ। ਨਾਮ ਦਾ ਮਤਲਬ ਹੁਕਮ, ਰੱਬ ਦਾ ਹੁਕਮ, ਰੱਬੀ ਰਜ਼ਾ ਵਿੱਚ ਤੁਰਨਾ, ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਣੀ। ਜਾਂ ਅਸੀਂ ਸੌਖੇ ਵੇ ਆਫ ਲਾਈਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਨੇ, ਉਸ ਵੇ ਆਫ ਲਾਈਫ ਰੱਬੀ ਗੁਣਾਂ ਦੇ ਧਾਰਨੀ ਹੋਣਾ। ਇਹ ਸਾਰੀਆਂ ਖੁਸ਼ੀਆਂ ਔਰ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਜਿੰਨੇ ਵੀ ਗੁਣ ਨੇ ਨਾ, ਸਤ, ਸੰਤੋਖ, ਦਇਆ, ਧਰਮ, ਧੀਰਜ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਪਿਆਰ, ਮੁਹੱਬਤ, ਇਮਾਨਦਾਰੀ, ਇਹ ਸਾਰੇ ਗੁਣ ਸੁੱਖਾਂ ਦਾ ਖਜ਼ਾਨਾ ਨੇ। ਇਹ ਤਾਂ ਗੱਲ ਅਸੀਂ ਸਾਰੇ ਸਮਝਦੇ ਹਾਂ। ਜਿਹੜੇ ਗੁਣਾਂ ਦੇ ਧਾਰਨੀ ਨੇ ਉਹ ਵੀ ਸਮਝਦੇ ਨੇ। ਜਿਹੜੇ ਗੁਣਾਂ ਦੇ ਧਾਰਨੀ ਨਹੀਂ, ਉਹਨਾਂ ਨੂੰ ਵੀ ਪਤਾ ਹੈ ਵੀ ਇਹ ਗੁਣ ਜਿਹੜੇ ਨੇ ਸੁੱਖਾਂ ਦਾ ਖਜ਼ਾਨਾ ਹੈ, ਤੇ ਖਜ਼ਾਨਾ ਕਦੇ ਮੁੱਕਣ ਵਾਲਾ ਨਹੀਂ ਹੁੰਦਾ। ਤੇ ਉਹ ਖਜ਼ਾਨਾ ਸਾਡੇ ਸਾਰਿਆਂ ਦੇ ਅੰਦਰ ਹੈ। ਗੁਣ ਦੁਨੀਆ ਦੇ ਹਰ ਇਨਸਾਨ ਵਿੱਚ ਮੌਜੂਦ ਨੇ, ਪਰ ਵਰਤ ਨਹੀਂ ਨਾ ਰਿਹਾ। ਕਿੰਨਾ ਅਣਜਾਣ ਹੈ ਮਨੁੱਖ, ਕਿੰਨਾ ਬੇਸਮਝ ਹੈ ਮਨੁੱਖ ਕਿ ਗੁਣਾਂ ਦਾ ਖਜ਼ਾਨਾ, ਸੁੱਖਾਂ ਦਾ ਖਜ਼ਾਨਾ ਹਰ ਇੱਕ ਦੇ ਅੰਦਰ ਹੈ, ਪਰ ਉਹਨਾਂ ਦੀ ਵਰਤੋਂ ਨਹੀਂ ਕਰ ਰਿਹਾ। ਪ੍ਰੇਮ ਅੰਦਰ ਹੈ ਪਰ ਇਹ ਬੰਦਾ ਈਰਖਾ ਕਰਦਾ ਹੈ। ਨਿਮਰਤਾ ਨਾਲ ਰਹਿ ਸਕਦਾ ਪਰ ਹੰਕਾਰ ਦੇ ਨਾਲ ਫੂੰ ਫੂੰ ਕਰਦਾ ਫਿਰਦਾ ਹੈ। ਇਹ ਪਿਆਰ ਵਾਲੇ ਬੋਲ ਲੇਕਿਨ ਨਹੀਂ, ਤਾਂ ਫਿਰ ਐਸੇ ਬੰਦੇ ਨੂੰ ਕਿਵੇਂ ਖੁਸ਼ ਕੀਤਾ ਜਾ ਸਕਦਾ? ਤਾਂ ਗੁਰੂ ਜੀ ਕਹਿੰਦੇ ਨੇ, ਪਿਆਰਿਓ, ਸਾਰੀਆਂ ਖੁਸ਼ੀਆਂ, ਸਾਰੇ ਸੁੱਖਾਂ ਦਾ ਖਜ਼ਾਨਾ ਪ੍ਰਭੂ ਦਾ ਹੁਕਮ ਹੈ। ਬੂੜਤ ਜਾਤ ਪਾਏ ਬਿਸਰਾਮ। ਬੂੜਤ ਜਾਤ ਦਾ ਮਤਲਬ ਡੁੱਬਦਾ ਜਾਂਦਾ, ਜਿਹੜਾ ਡੁੱਬਦਾ ਜਾਂਦਾ ਹੋਵੇ। ਬਿਸਰਾਮ ਦਾ ਮਤਲਬ ਟਿਕਾਣਾ। ਜੋ ਰੱਬੀ ਰਜ਼ਾ ਦੇ ਜਾਂ ਰੱਬੀ ਗੁਣਾਂ ਦੇ ਨਾਲ ਜੁੜੇਗਾ ਤਾਂ ਉਹ ਡੁੱਬਦਾ ਜਾਂਦਾ, ਉਹਨੂੰ ਸਹਾਰਾ ਮਿਲ ਜਾਏਗਾ। ਜਿਵੇਂ ਕੋਈ ਬੰਦਾ ਡੁੱਬ ਰਿਹਾ ਹੋਏ ਤੇ ਡੁੱਬਦੇ ਹੋਏ ਬੰਦੇ ਨੂੰ ਕਿਸੇ ਬੰਦਾ ਬਚ ਗਿਆ ਨਾ। ਇਸੇ ਤਰ੍ਹਾਂ ਜੇ ਕੋਈ ਬੰਦਾ ਵਿਕਾਰਾਂ ਵਿੱਚ ਡੁੱਬਦਾ ਪਿਆ, ਜਿਹਦੀ ਆਤਮਕ ਮੌਤ ਹੋ ਰਹੀ ਹੈ, ਅੰਦਰੋਂ ਇਨਸਾਨੀਅਤ ਮਰ ਰਹੀ ਹੈ, ਉਹਦੇ ਅੰਦਰੋਂ ਵਿਕਾਰਾਂ ਦੇ ਵਿੱਚ ਧੱਕੇ ਖਾਂਦਾ ਪਿਆ, ਤੇ ਜੇ ਉਹ ਬੰਦਾ ਰੱਬੀ ਰਜ਼ਾ ਵਿੱਚ ਤੁਰਨ ਲੱਗ ਜਾਏ, ਜੇ ਉਹ ਰੱਬ ਦੇ ਗੁਣਾਂ ਦਾ ਸਹਾਰਾ ਲੈ ਲਵੇ, ਤਾਂ ਉਹ ਵੀ ਡੁੱਬਣ ਤੋਂ ਬਚ ਜਾਏਗਾ। ਜਿਵੇਂ ਗੁਰੂ ਜੀ ਨੇ ਕਿਹਾ ਹੈ ਨਾ, ਜੋ ਮੰਦਰ ਕੋ ਥੰਮੇ ਥੰਮਨ ਕਿਉਂ ਗੁਰ ਕਾ ਸ਼ਬਦ ਮਨੇ ਅਸਥੰਮਨ। ਜਿਵੇਂ ਡਿੱਗਦੇ ਹੋਏ ਮਕਾਨ ਨੂੰ ਥੰਮ ਦਾ ਸਹਾਰਾ ਹੈ,
ਐਵੇਂ ਵਿਕਾਰਾਂ ਵਿੱਚ ਡਿੱਗਦੇ ਹੋਏ ਮਨ ਨੂੰ ਗੁਰੂ ਦੇ ਸ਼ਬਦ ਦਾ ਸਹਾਰਾ ਹੈ। ਉੱਥੇ ਡਿੱਗਣ ਦੀ ਗੱਲ ਕੀਤੀ, ਇੱਥੇ ਡੁੱਬਣ ਦੀ ਗੱਲ ਕੀਤੀ ਹੈ ਕਿ ਜੇ ਕੋਈ ਵਿਕਾਰ ਵਿੱਚ ਡੁੱਬਦਾ ਹੈ, ਜਿਵੇਂ ਪਾਣੀ ਨੂੰ ਬੰਦਾ ਮਿਲ ਜਾਏ ਜਾਂ ਉਹਨੂੰ ਕਿਸ਼ਤੀ ਮਿਲ ਜਾਏ ਜਾਂ ਡੁੱਬਦੇ ਹੋਏ ਨੂੰ ਕੋਈ ਟਹਿਣੀ ਹੱਥ ਵਿੱਚ ਆ ਜਾਏ ਤੇ ਉਹ ਬਚ ਜਾਏਗਾ। ਇਸੇ ਤਰ੍ਹਾਂ ਜਿਹੜਾ ਈਰਖਾ, ਦਵੈਸ਼, ਵੈਰ, ਵਿਰੋਧ, ਹੰਕਾਰ ਦੇ ਵਿੱਚ ਡੁੱਬ ਰਿਹਾ ਹੈ, ਚਿੰਤਾਵਾਂ ਦੇ ਵਿੱਚ ਗੋਤੇ ਖਾਂਦਾ ਪਿਆ, ਜੇ ਉਹ ਰੱਬੀ ਗੁਣਾਂ ਦੇ ਨਾਲ ਜੁੜ ਜਾਏ ਤਾਂ ਉਹ ਵੀ ਬਚ ਜਾਏਗਾ। ਸਗਲ ਦੁੱਖ ਕਾ ਹੋਵਤ ਨਾਸ, ਗੁਰੂ ਜੀ ਕਹਿੰਦੇ ਨੇ ਤੁਹਾਡੇ ਸਾਰੇ ਦੁੱਖਾਂ ਦਾ ਨਾਸ ਹੋ ਜਾਏਗਾ। ਜਿਹੜੇ ਸਾਡੇ ਦੁੱਖ ਨੇ ਨਾ, ਮਾਨਸਿਕ ਰੋਗ ਨੇ, ਮਾਨਸਿਕ ਦੁੱਖ ਨੇ, ਚਿੰਤਾਵਾਂ ਨੇ, ਝੋਰੇ ਨੇ, ਕਾੜੇ ਅੰਦੇਸ਼ੇ ਨੇ, ਵਿਛੋੜੇ ਨੇ, ਹੋਰ ਕਈ ਕਿਸਮ ਦੇ ਦੁੱਖ ਨੇ ਨਾ ਬੰਦੇ ਨੂੰ ਲੱਗੇ ਹੋਏ। ਹਰ ਕੋਈ ਨਾ ਕੋਈ ਦੁੱਖ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਇਨਸਾਨ ਨੂੰ ਲੱਗਾ ਰਹਿੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਸਾਰੇ ਦੁੱਖਾਂ ਦਾ ਵਿਨਾਸ਼ ਹੋ ਸਕਦਾ ਹੈ, ਪੋਸੀਬਿਲਿਟੀ ਹੈ, ਇਹ ਸੰਭਾਵਨਾ ਹੈ ਕਿ ਅਸੀਂ ਸਾਰੇ ਹੀ ਦੁਨੀਆ ਦੇ ਲੋਕ ਦੁੱਖਾਂ ਤੋਂ ਬਚ ਸਕਦੇ ਹਾਂ। ਸਾਡੇ ਦੁੱਖਾਂ ਦਾ ਨਾਸ਼ ਹੋ ਸਕਦਾ ਹੈ। ਹੋਏਗਾ ਕਿਵੇਂ? ਅਗਲੀ ਪੰਕਤੀ ਵਿੱਚ ਉਹਦਾ ਸਾਧਨ ਦੱਸਦੇ ਨੇ, ਨਾਨਕ ਨਾਮ ਜਪੋ ਗੁਣ ਤਾਸ, ਨਾਨਕ ਤੇ ਰੁਕ ਜਾਣਾ, ਨਾਨਕ ਨਾਮ ਜਪੋ ਗੁਣ ਤਾਸ। ਗੁਣ ਤਾਸ ਦਾ ਮਤਲਬ ਗੁਣਾਂ ਦਾ ਖਜ਼ਾਨਾ, ਨਾਮ ਦਾ ਮਤਲਬ ਰੱਬ ਦਾ ਹੁਕਮ। ਰੱਬ ਜੋ ਗੁਣਾਂ ਦਾ ਖਜ਼ਾਨਾ ਹੈ, ਮਤਲਬ ਉਹਨੂੰ ਜਾਣੋ, ਉਹਨੂੰ ਸਮਝੋ, ਉਹਦੇ ਨਾਲ ਜਾਣ ਪਛਾਣ ਬਣਾਓ। ਇਹ ਗੱਲ ਨੂੰ ਸਮਝੋ ਕਿ ਰੱਬ ਦਾ ਜੋ ਗੁਣ ਨੇ, ਰੱਬ ਦਾ ਜੋ ਹੁਕਮ ਹੈ, ਉਹ ਗੁਣਾਂ ਦਾ ਖਜ਼ਾਨਾ ਹੈ। ਜੇ ਉਸ ਗੁਣਾਂ ਦੇ ਖਜ਼ਾਨੇ ਨੂੰ ਤੁਸੀਂ ਅਪਣਾ ਲਓ, ਜਾਣ ਲਓ, ਉਹਨੂੰ ਵਰਤਣਾ ਸਿੱਖ ਲਓ, ਤਾਂ ਤੁਹਾਡੇ ਸਾਰੇ ਦੁੱਖਾਂ ਦਾ ਨਾਸ ਹੋ ਜਾਏਗਾ। ਦੇਖੋ, ਕ੍ਰੋਧ ਕਰਕੇ ਸਾਡੀ ਜ਼ਿੰਦਗੀ ਵਿੱਚ ਦੁੱਖ ਹੈ ਨਾ, ਸਾਡੇ ਸੰਬੰਧ ਟੁੱਟ ਰਹੇ ਨੇ। ਤੇ ਨਾਮ ਜਪੋ ਦਾ ਮਤਲਬ ਜੋ ਰੱਬ ਦੇ ਗੁਣ ਨੇ, ਜੇ ਅਸੀਂ ਉਹਨੂੰ ਜਾਣ ਲਵੀਏ, ਪ੍ਰੇਮ ਨਾਲ ਜੀਣਾ ਸ਼ੁਰੂ ਕਰ ਦਿਓ, ਕ੍ਰੋਧ ਦਾ ਦੁੱਖ ਖਤਮ ਹੋ ਜਾਏਗਾ। ਹੰਕਾਰ ਹੈ, ਮੈਂ ਆਪਣੇ ਆਪ ਨੂੰ ਉੱਚਾ ਸਮਝ ਕੇ ਦੂਜਿਆਂ ਨੂੰ ਨੀਵਾਂ ਵਿਖਾਣਾ, ਇਹਦੇ ਨਾਲ ਮੈਂ ਵੀ ਦੁਖੀ ਹਾਂ, ਮੇਰੇ ਸੰਗੀ ਸਾਥੀ ਵੀ ਦੁਖੀ ਨੇ, ਮੇਰਾ ਸੰਬੰਧ ਟੁੱਟ ਰਹੇ ਨੇ। ਤੇ ਜੇ ਮੈਂ ਨਿਮਰਤਾ ਦਾ ਧਾਰਨੀ ਹੋ ਜਾ ਤੇ ਦੁੱਖ ਖਤਮ ਹੋ ਸਕਦਾ। ਮੇਰੀ ਬੋਲਬਾਣੀ ਮਾੜੀ ਹੈ, ਕਈਆਂ ਦੀ ਬੋਲਬਾਣੀ ਮਾੜੀ ਹੁੰਦੀ ਹੈ ਨਾ, ਕਈਆਂ ਦੀ ਟੋਨ ਬੜੀ ਉੱਚੀ ਹੁੰਦੀ ਹੈ, ਉਹ ਇਸ ਢੰਗ ਦੇ ਨਾਲ ਬੋਲਦੇ ਨੇ ਕਿ ਉਹ ਪ੍ਰੇਮ ਨਾਲ ਵੀ ਬੋਲਦੇ ਹੁਣ ਤੇ ਇੰਜ ਲੱਗਦਾ ਜਿਵੇਂ ਲੜ ਰਹੇ ਨੇ। ਟੋਨ ਹੁੰਦੀ ਹੈ ਨਾ ਆਪਣੀ ਆਪਣੀ, ਤੇ ਜੇ ਉਹ ਚਾਹਣ ਤੇ ਟੋਨ ਨੂੰ ਸੁਧਾਰ ਸਕਦੇ ਨੇ, ਜੇ ਚਾਹਣ ਤਾਂ ਆਪਣੇ ਟੋਨ ਨੂੰ ਨੀਵੀਂ ਕਰ ਲੈਣ, ਥੋੜੀ ਦਰਮਿਆਨੀ ਕਰ ਲੈਣ, ਆਪਣੀ ਬੋਲਬਾਣੀ ਵਿੱਚ ਸੁਧਾਰ ਕਰ ਲੈਣ, ਤਾਂ ਜਿਹੜੀ ਖਰਵੀ ਬੋਲਬਾਣੀ ਕਰਕੇ ਸੰਬੰਧ ਟੁੱਟ ਰਹੇ ਸਨ ਉਹ ਬਦਲ ਸਕਦੇ ਨੇ। ਇਸ ਲਈ ਗੁਰੂ ਜੀ ਕਹਿੰਦੇ ਨੇ, ਹੇ ਭਾਈ, ਜੋ ਨਾਮ ਹੈ, ਰੱਬ ਦਾ ਹੁਕਮ ਹੈ, ਉਹ ਸਾਰੇ ਗੁਣਾਂ ਦਾ ਖਜ਼ਾਨਾ ਹੈ। ਉਸ ਨਾਮ ਨੂੰ ਜਾਣੋ, ਹੁਕਮ ਅਨੁਸਾਰ ਜ਼ਿੰਦਗੀ ਜੀਵੋ। ਉਪਜੀ ਪ੍ਰੀਤ ਪ੍ਰੇਮ ਰਸ ਚਾਓ। ਪ੍ਰੀਤ ਤੇ ਵਿਸਰਾਮ ਲਗਾਵਾਂਗੇ। ਉਪਜੀ ਪ੍ਰੀਤ ਪ੍ਰੇਮ ਰਸ ਚਾਓ। ਉਪਜੀ ਦਾ ਮਤਲਬ ਪੈਦਾ ਹੋਈ, ਪ੍ਰੇਮ ਰਸ ਦਾ ਮਤਲਬ ਪ੍ਰੇਮ ਦਾ ਰਸ, ਜਿਹਦੇ ਅੰਦਰ ਪ੍ਰਭੂ ਦੀ ਪ੍ਰੀਤ ਪੈਦਾ ਹੋ ਗਈ ਔਰ ਜਿਹਦੇ ਅੰਦਰ ਪ੍ਰਭੂ ਦੇ ਪ੍ਰੇਮ ਦਾ ਰਸ ਪੈਦਾ ਹੋ ਗਿਆ, ਚਾਹ ਪੈਦਾ ਹੋ ਗਿਆ, ਜਿਹਦੇ ਅੰਦਰ ਪ੍ਰਭੂ ਦੀ ਪ੍ਰੀਤ ਪੈਦਾ ਹੋ ਗਈ ਔਰ ਪ੍ਰਭੂ ਦੇ ਪ੍ਰੇਮ ਦਾ ਰਸ ਮਾਣਨ ਦਾ ਚਾਹ ਪੈਦਾ ਹੋ ਗਿਆ ਕਿ ਮੈਂ ਪ੍ਰੇਮ ਦਾ ਰਸ ਮਾਣਨਾ ਹੈ। ਦੇਖੋ, ਪ੍ਰੇਮ ਦੀਆਂ ਗੱਲਾਂ ਕਰਨੀਆਂ ਇਹ ਇੱਕ ਵੱਖਰਾ ਟੌਪਿਕ ਹੈ, ਲੇਕਿਨ ਪ੍ਰੇਮ ਵਾਲੀ ਜ਼ਿੰਦਗੀ ਜੀਣੀ ਇਹ ਇੱਕ ਵੱਖਰਾ ਟੌਪਿਕ ਹੈ। ਹੁਣ ਦੇਖੋ, ਅਸੀਂ ਸਾਰੇ ਭੈਣ ਭਰਾ ਜੇ ਅਸੀਂ ਪਿਆਰ ਦੇ ਨਾਲ ਵਿਹਾਰ ਕਰੀਏ ਤੇ ਉਸ ਪਿਆਰ ਤੋਂ ਜੋ ਸੁੱਖ ਪੈਦਾ ਹੋਏਗਾ ਨਾ, ਉਹ ਹੋਏਗਾ ਪ੍ਰੇਮ ਦਾ ਰਸ। ਤੇ ਹੁਣ ਇਹ ਰਸ ਤੇ ਤਾਂ ਹੀ ਆਏਗਾ ਨਾ ਜੇ ਅਸੀਂ ਪ੍ਰੇਮ ਦੇ ਨਾਲ ਜ਼ਿੰਦਗੀ ਜੀਵਾਂਗੇ, ਰੱਬੀ ਗੁਣਾਂ ਦੇ ਨਾਲ ਪ੍ਰੀਤ ਪੈਦਾ ਕਰਾਂਗੇ। ਤਾਂ ਗੁਰੂ ਜੀ ਇਹਨਾਂ ਦੀ ਜ਼ਿੰਦਗੀ ਵਿੱਚ ਪ੍ਰਭੂ ਦੀ ਪ੍ਰੀਤ, ਪ੍ਰਭੂ ਦੇ ਪ੍ਰੇਮ ਦਾ ਰਸ ਪੈਦਾ ਹੋ ਜਾਂਦਾ, ਉਹਨਾਂ ਦੇ ਜੀਵਨ ਵਿੱਚ ਚਾਉ ਦਾ ਮਤਲਬ ਖੁਸ਼ੀਆਂ ਆ ਜਾਂਦੀਆਂ ਨੇ।
ਉਹਨਾਂ ਦੇ ਜੀਵਨ ਵਿੱਚ ਚੜ੍ਹਦੀ ਕਲਾ ਪੈਦਾ ਹੋ ਜਾਂਦੀ ਹੈ। ਪ੍ਰੇਮ ਆਪਣੀ ਜ਼ਿੰਦਗੀ ਦੇ ਅੰਦਰ ਪੈਦਾ ਕਰ ਲਓ, ਸ਼ੁਭ ਗੁਣਾਂ ਦਾ ਚੜ੍ਹਦੀ ਕਲਾ ਆ ਜਾਏਗੀ, ਕਿਉਂਕਿ ਅੰਦਰ ਨੈਗੇਟਿਵਿਟੀ ਰਹਿਣੀ ਨਹੀਂ, ਅੰਦਰ ਵਿਕਾਰ ਰਹਿਣੇ ਹੀ ਨਹੀਂ। ਤੇ ਜਿੱਥੇ ਕੇਵਲ ਗੁਣ ਹੈ, ਗੁਣਾਂ ਦਾ ਪਿਆਰ ਹੈ, ਉੱਥੇ ਚੜ੍ਹਦੀ ਕਲਾ ਪੈਦਾ ਹੋ ਜਾਂਦੀ। ਮਨ ਤਨ ਅੰਤਰ ਇਹੀ ਸੁਆਓ, ਇਹਨੂੰ ਇਹੀ ਨਹੀਂ ਪੜਨਾ, ਈੜੀ ਨਾਲ ਲੱਗੀ ਹੋਈ ਸਿੱਧੀ ਈ ਕਰਕੇ ਬੋਲਣਾ, ਇਹੀ ਸੁਆਓ। ਮਨ ਤਨ ਅੰਤਰ ਇਹੀ ਸੁਆਓ। ਸੁਆਓ ਦਾ ਮਤਲਬ ਪ੍ਰਯੋਜਨ, ਗੋਲ, ਚਾਹਤ। ਫਿਰ ਉਹਨਾਂ ਮਨ ਔਰ ਤਨ ਦੇ ਅੰਦਰ ਬਸ ਇਹ ਹੀ ਪ੍ਰਯੋਜਨ ਹੁੰਦਾ ਹੈ, ਉਹਨਾਂ ਦਾ ਫਿਰ ਕੋਈ ਹੋਰ ਪ੍ਰਯੋਜਨ ਨਹੀਂ ਹੁੰਦਾ, ਉਹਨਾਂ ਦਾ ਕੋਈ ਹੋਰ ਗੋਲ ਨਹੀਂ ਹੈ। ਉਹਨਾਂ ਦਾ ਇੱਕੋ ਹੀ ਗੋਲ ਹੈ ਕਿ ਪ੍ਰਭੂ ਦੇ ਪ੍ਰੇਮ ਵਿੱਚ ਜ਼ਿੰਦਗੀ ਜੀਣੀ। ਜਿਵੇਂ ਜਪਜੀ ਸਾਹਿਬ ਵਿੱਚ ਸਾਨੂੰ ਦੱਸਿਆ ਨਾ, ਗੋਲ ਹੁਕਮ ਰਜ਼ਾਈ ਚੱਲਣਾ। ਤਾਂ ਰੱਬ ਦੇ ਗੁਣਾਂ ਦਾ ਪਿਆਰ, ਰੱਬ ਦੇ ਨਾਲ ਪਿਆਰ, ਰੱਬ ਦੀ ਮਨੁੱਖਤਾ ਨਾਲ ਪਿਆਰ, ਰੱਬ ਦੇ ਸੰਸਾਰ ਦੇ ਨਾਲ ਪਿਆਰ, ਰੱਬੀ ਰਜਾ ਦੇ ਨਾਲ ਪਿਆਰ, ਉਹਨਾਂ ਦਾ ਜੀਵਨ ਦਾ ਪ੍ਰਯੋਜਨ ਹੀ ਇਹ ਬਣ ਜਾਂਦਾ ਹੈ। ਉਹਨਾਂ ਦੀ ਜ਼ਿੰਦਗੀ ਦਾ ਮਕਸਦ ਹੀ ਇਹ ਹੈ, ਉਹਨਾਂ ਦੀ ਜ਼ਿੰਦਗੀ ਦਾ ਗੋਲ ਹੀ ਇਹ ਹੈ, ਉਹਨਾਂ ਦੇ ਅੰਦਰ ਚਾਹਤ ਹੀ ਇਹ ਹੈ। ਉਹਨਾਂ ਨੂੰ ਹੁਣ ਹੋਰ ਕੋਈ ਚਾਹਤ ਨਹੀਂ ਹੈ, ਉਹ ਗੁਣਾਂ ਦਾ ਪਿਆਰ ਚਾਹੁੰਦੇ ਨੇ। ਗੁਣਾਂ ਵਾਲੀ ਜ਼ਿੰਦਗੀ ਜੀਣੀ ਹੀ ਉਹਨਾਂ ਦੀ ਜ਼ਿੰਦਗੀ ਦਾ ਏਮ ਹੈ, ਗੋਲ ਹੈ। ਨੇਤਰੋਂ ਪੇਖ ਦਰਸ, ਇੱਥੇ ਰੁਕਾਂਗੇ ਜਾ ਕੇ ਦਰਸ ਤੇ। ਨੇਤਰੋਂ ਪੇਖ ਦਰਸ ਸੁਖ ਹੋਏ। ਨੇਤਰੋਂ ਨਹੀਂ ਬੋਲਣਾ, ਇੱਥੇ ਬਿੰਦੀ ਲਾ ਕੇ ਪਾਠ ਕਰਾਂਗੇ। ਨੇਤਰੋਂ, ਨੇਤਰੋਂ ਦਾ ਮਤਲਬ ਨੇਤਰਾਂ ਨਾਲ, ਅੱਖਾਂ ਨਾਲ। ਨੇਤਰੋਂ ਪੇਖ ਦਰਸ ਸੁਖ ਹੋਏ। ਅੱਖਾਂ ਦੇ ਨਾਲ ਪ੍ਰਭੂ ਦਾ ਦੀਦਾਰ ਕਰਕੇ ਸੁਖ ਮਿਲਦਾ ਹੈ। ਅੱਖਾਂ ਨਾਲ ਦਾ ਦੀਦਾਰ ਕਰਕੇ ਸੁਖ ਮਿਲਦਾ ਹੈ। ਹੁਣ ਅਸੀਂ ਜੇ ਸੁਖ ਚਾਹੁੰਦੇ ਹਾਂ ਤੇ ਸਾਨੂੰ ਅੱਖਾਂ ਦੇ ਨਾਲ ਰੱਬ ਦੇ ਦਰਸ਼ਨ ਕਰਨੇ ਚਾਹੀਦੇ ਨੇ। ਤੇ ਰੱਬ ਦੇ ਦਰਸ਼ਨ ਕਿੱਥੇ ਨੇ? ਹੁਣ ਸਾਨੂੰ ਇੱਥੇ ਉਲਝਾਇਆ ਜਾਏਗਾ ਕਿ ਦਸਮ ਦੁਆਰ ਵਿੱਚ ਪ੍ਰਾਨ ਚੜਾਓਗੇ, ਰੱਬ ਦੇ ਦਰਸ਼ਨ ਹੋਣਗੇ, ਸਮਾਧੀਆਂ ਲਾਓਗੇ ਤਾਂ ਦਰਸ਼ਨ ਹੋਣਗੇ, ਕਿਤੇ ਪਹਾੜ ਤੇ ਜਾਓਗੇ, ਕਿਤੇ ਇਕਾਂਤ ਵਿੱਚ ਗੁਫਾ ਵਿੱਚ ਬੈਠੋਗੇ, ਫਿਰ ਤਾਂ ਸਾਰੇ ਕਾਰ ਹੀ ਨਹੀਂ ਨਾ ਪਾਣਗੇ। ਇਹ ਕੰਮ ਤਾਂ ਸਾਰੇ ਨਹੀਂ ਕਰ ਪਾਣਗੇ, ਗ੍ਰਸਤੀ ਤਾਂ ਨਹੀਂ ਕਰ ਪਾਣਗੇ। ਤਾਂ ਫਿਰ ਗ੍ਰਸਤੀ ਜਾਂ ਆਮ ਬੰਦਾ ਹੈ, ਉਹ ਤੇ ਦਰਸ਼ਨਾਂ ਤੋਂ ਵਾਂਝਾ ਹੀ ਰਹਿ ਗਿਆ ਨਾ, ਉਹਦੀ ਜ਼ਿੰਦਗੀ ਵਿੱਚ ਤੇ ਸੁੱਖ ਆਏਗਾ ਹੀ ਨਹੀਂ, ਪਹਿਲੀ ਗੱਲ। ਤੇ ਦੂਜੀ ਗੱਲ ਹੈ, ਜਿਹੜੇ ਇਹ ਕੰਮ ਕਰ ਰਹੇ ਨੇ, ਸਮਾਧੀਆਂ ਸਮੂਧੀਆਂ ਲਾਉਣ ਵਾਲੇ, ਮਾਲਾ ਮੂਲਾ ਫੇਰਨ ਵਾਲੇ, ਉਹਨਾਂ ਦੀ ਜ਼ਿੰਦਗੀ ਵੇਖ ਲਓ, ਉਹਨਾਂ ਦੇ ਜੀਵਨ ਵਿੱਚ ਸੁੱਖ ਕਿੱਥੇ ਹੈ? ਉਹ ਤੇ ਆਪ ਡਾਂਗਾ ਖੜਕਾ ਰਹੇ ਨੇ, ਪੱਗਾਂ ਤੋਂ ਡਾਂਗਾ ਚੱਲ ਜਾਂਦੀਆਂ ਨੇ ਵੀ ਮੈਂ ਗੱਦੀ ਤੇ ਬਹਿਣਾ। ਤਾਂ ਰੱਬ ਦਾ ਦਰਸ਼ਨ ਸਾਰਿਆਂ ਦੇ ਅੰਦਰ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਜੋ ਦਿਸੈ ਸੋ ਤੇਰਾ ਰੂਪ। ਇਨਸਾਨ ਨੂੰ ਜਦੋਂ ਰੱਬ ਦਾ ਰੂਪ ਵੇਖ ਕੇ ਬੰਦੇ ਦੇ ਨਾਲ ਰੱਬ ਵਰਗਾ ਪਿਆਰ ਤੇ ਵਿਹਾਰ ਕਰੋਗੇ, ਜ਼ਿੰਦਗੀ ਵਿੱਚ ਸੁੱਖ ਪੈਦਾ ਹੋ ਜਾਏਗਾ। ਜੇਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਹਾਰੇ। ਕਿ ਜਿੰਨੀਆਂ ਵੀ ਔਰਤਾਂ ਔਰ ਮਨੁੱਖ ਸਿਰਜੇ ਨੇ ਪ੍ਰਭੂ, ਇਹ ਸਾਰੇ ਤੇਰਾ ਹੀ ਰੂਪ ਨੇ। ਜੋ ਦਿਸੈ ਸੋ ਤੇਰਾ ਰੂਪ, ਸਭੈ ਘਟ ਰਾਮ ਬੋਲੇ। ਤੇ ਜੇ ਤੁਸੀਂ ਰੱਬ ਦਾ ਦਰ ਦੂਜੇ ਵਿੱਚ ਕਰੋ, ਇੱਕ ਦੂਜੇ ਨੂੰ ਰੱਬ ਦਾ ਰੂਪ ਜਾਣ ਕੇ ਵਿਹਾਰ ਕਰੋ, ਤਾਂ ਜ਼ਿੰਦਗੀ ਵਿੱਚ ਸੁੱਖ ਪੈਦਾ ਹੋ ਜਾਏਗਾ। ਨੂੰ ਸੱਸ ਇੱਕ ਦੂਜੇ ਨੂੰ ਰੱਬ ਵਰਗਾ ਪਿਆਰ ਸਤਿਕਾਰ ਕਰਨ, ਪਿਓ ਪੁੱਤਰ ਮਾਂ ਬਾਪ ਬੱਚੇ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਨ, ਨਾਨਕੇ ਦਾਦਕੇ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਨ, ਤਾਂ ਸੁੱਖ ਪੈਦਾ ਹੋ ਜਾਏਗਾ। ਸਿੰਪਲ ਗੱਲ। ਤਾਂ ਗੁਰੂ ਜੀ ਕਹਿੰਦੇ ਨੇ ਨੇਤਰੋਂ ਪੇਖ ਦਰਸ ਸੁਖ ਹੋਏ, ਪਹਿਲੀ ਗੱਲ। ਦੂਜੀ ਗੱਲ ਹੈ ਕਿ ਗੁਰੂ ਦੇ ਦੱਸੇ ਨਜ਼ਰੀਏ ਦੇ ਨਾਲ ਇਸ ਸੰਸਾਰ ਨੂੰ ਵੇਖੋ ਤਾਂ ਜ਼ਿੰਦਗੀ ਵਿੱਚ ਸੁੱਖ ਪੈਦਾ ਹੋਏਗਾ। ਤਾਂ ਦੋਵਾਂ ਦਾ ਕੇਂਦਰੀ ਭਾਵ ਇੱਕੋ ਹੀ ਹੈ। ਮਨ ਬਿਗਸੈ ਸਾਧ ਚਰਨ ਧੋਏ। ਬਿਗਸੈ ਦਾ ਮਤਲਬ ਖਿੜ ਪੈਂਦਾ ਹੈ, ਸਾਧ ਦਾ ਮਤਲਬ ਗੁਰੂ, ਚਰਨ ਧੋਏ। ਦੇਖੋ, ਜੇ ਹੁਣ ਅਸੀਂ ਇਸ ਪੰਕਤੀ ਨੂੰ ਅੱਖਰੀ ਅਰਥ ਵਿਚਾਰਾਂਗੇ ਤਾਂ ਸਾਨੂੰ ਇੰਜ ਪ੍ਰਤੀਤ ਹੋਣਾ ਹੈ ਕਿ ਸਾਧ ਦੇ ਪੈਰ ਧੋਣ ਦੇ ਨਾਲ ਮਨ ਖਿੜ ਪੈਂਦਾ ਹੈ। ਤੇ ਸਾਧ ਨਾਮ ਲੈਂਦਿਆਂ ਹੀ ਸਾਨੂੰ ਬਾਬਾ ਦਿਸਣਾ, ਕੋਈ ਨਾ ਕੋਈ ਚੋਲੇ ਵਾਲਾ। ਹਰ ਇੱਕ ਦਾ ਆਪਣਾ ਆਪਣਾ ਸਾਧ ਹੈ, ਹਰ ਇੱਕ ਦਾ ਆਪਣਾ ਆਪਣਾ ਸੰਤ ਹੈ। ਜਿਵੇਂ ਫੈਮਿਲੀ ਡਾਕਟਰ ਨਹੀਂ ਵੀ ਇਹ ਸਾਡਾ ਫੈਮਿਲੀ ਡਾਕਟਰ ਹੈ,
अजकल लोगों के फैमिली संत ने, साडा फैमिली संत, वक्रे वक्रे संत, वक्रे वक्रे बाबे। साडा ध्यान सीधा जाना भी किसी बाबे दे पैर धोण दे नाल। ते एक वीडियो बड़ी वायरल हुई सी ना, वो दो बीबियां किसी बाबे दे पैर धो के ते किवें बुक्कां दे नाल बड़े प्यार नाल पानी पी रहीਆਂ। जे ते एवें हुंदा होए ना सुख, तां फिर चलो औखा सौखा हो के बंदा कोई 2 घुੱਟ भार ही लवे, पर एवें हुंदा नहीं ना। ਇਹ ਤੇ ਹੋ ਸਕਦਾ ਵੀ ਜੇ ਕਿਸੇ ਬਾਬੇ ਦੇ ਪੈਰ ਧੁੱਤਿਆਂ ਪੀ ਕੇ ਤੇ ਮਤਲਬ ਕੋਈ ਬਿਮਾਰੀ ਲੱਗ ਜਾਏ, ਉਹ ਤਾਂ ਹੋ ਸਕਦਾ, ਸਿੰਪਲ ਗੱਲ ਹੈ ਨਾ, ਸਿੱਧੀ। ਲੇਕਿਨ ਇੱਥੇ ਇਹ ਪੈਰ ਤੋਂ ਮਤਲਬ ਪਵਿੱਤਰ, ਤੇ ਚਰਨ ਦਾ ਮਤਲਬ ਗੁਰੂ, ਸਾਧ ਦਾ ਮਤਲਬ ਗੁਰੂ, ਚਰਨ ਦਾ ਮਤਲਬ ਸ਼ਬਦ, ਸਾਧ ਚ ਦਾ ਮਤਲਬ ਗੁਰੂ ਦੇ ਪਵਿੱਤਰ ਸ਼ਬਦ ਰਾਹੀਂ ਮਨ ਵਿਕਸ ਹੋਏ ਦਾ ਮਤਲਬ ਪਵਿੱਤਰ, ਚਰਨ ਦਾ ਮਤਲਬ ਗੁਰੂ ਦਾ ਸ਼ਬਦ। ਤਾਂ ਗੁਰੂ ਦੇ ਜੋ ਪਵਿੱਤਰ ਸ਼ਬਦ ਹੈ, ਉਪਦੇਸ਼ ਹੈ, ਉਸ ਪਵਿੱਤਰ ਉਪਦੇਸ਼ ਨੂੰ ਅਪਣਾਇਆ, ਮਨ ਵਿਕਸੇ ਦਾ ਮਤਲਬ ਮਨ ਖਿੜ ਹੁੰਦਾ ਹੈ, ਮਨ ਵਿੱਚ ਪੋਜ਼ਿਟਿਵਿਟੀ ਆ ਜਾਂਦੀ ਹੈ, ਮਨ ਵਿੱਚ ਖੇੜਾ ਆ ਜਾਂਦਾ ਹੈ। ਭਗਤ ਜਨਾ ਕੈ ਮਨ ਤਨ ਰੰਗ, ਰੰਗ ਦਾ ਮਤਲਬ ਪਿਆਰ। ਜੋ ਪ੍ਰਭੂ ਦੇ ਪਿਆਰੇ ਨੇ, ਉਹਨਾਂ ਦੇ ਮਨ ਵਿੱਚ ਵੀ ਔਰ ਉਹਨਾਂ ਦੇ ਤਨ ਵਿੱਚ ਵੀ ਪ੍ਰਭੂ ਦਾ ਪ੍ਰੇਮ ਟਿਕਿਆ ਰਹਿੰਦਾ ਹੈ। ਰੰਗ ਦਾ ਮਤਲਬ ਪ੍ਰੇਮ, ਮਨ ਵਿੱਚ ਵੀ ਔਰ ਤਨ ਵਿੱਚ ਵੀ। ਜਿਨ੍ਹਾਂ ਦੇ ਮਨ ਔਰ ਤਨ ਦੇ ਅੰਦਰ ਪ੍ਰਭੂ ਦਾ ਪ੍ਰੇਮ ਟਿਕ ਗਿਆ, ਉਹ ਰੱਬ ਦੇ ਭਗਤ ਨੇ, ਉਹ ਰੱਬ ਦੇ ਪਿਆਰੇ ਨੇ। ਤੇ ਰੱਬ ਦੇ ਜੋ ਪਿਆਰੇ ਨੇ, ਉਹਨਾਂ ਮਨ ਔਰ ਤਨ ਦੇ ਅੰਦਰ ਰੱਬ ਦਾ ਪਿਆਰ ਟਿਕਿਆ ਹੋਇਆ ਹੈ, ਰੱਬੀ ਗੁਣਾਂ ਦਾ ਪਿਆਰ ਟਿਕਿਆ ਹੈ, ਗੁਰੂ ਦੀ ਵਿਚਾਰਧਾਰਾ ਟਿਕੀ ਹੈ। ਰੱਬੀ ਗੁਣਾਂ, ਕੋਈ ਵੀ ਸ਼ਬਦ ਵਰਤ ਲਓ, ਜਿੰਨਾ ਸ਼ਬਦ ਚਾਹੁੰਦੇ ਆ ਕਿ ਸਾਡੀ ਜ਼ਿੰਦਗੀ ਦੇ ਅੰਦਰ ਵੀ ਖੁਸ਼ੀਆਂ ਆਉਣ, ਤਾਂ ਫਿਰ ਸਾਨੂੰ ਮਨ ਔਰ ਤਨ ਕਰਕੇ ਗੁਰੂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ। ਮਨ ਔਰ ਤਨ ਦੇ ਅੰਦਰ ਪਿਆਰ ਟਿਕਣ ਦਾ ਮਤਲਬ ਇਹ ਨਹੀਂ ਉਹਨਾਂ ਦੀ ਸੋਚ ਵਿੱਚ ਵੀ ਗੁਰੂ ਦੇ, ਰੱਬ ਦੇ ਗੁਣ ਹੁੰਦੇ ਨੇ, ਤੇ ਤਨ ਦੇ ਨਾਲ ਵੀ ਉਹ ਕੰਮ ਕਰਦੇ ਨੇ ਜਿਹੜੇ ਕੰਮ ਗੁਰੂ ਨੂੰ ਮਨਜ਼ੂਰ ਨੇ। ਜਿਵੇਂ 6 ਗੱਲਾਂ ਆਪਾਂ ਗਿਣੀਆਂ ਨੇ ਕਈ ਵਾਰ, ਉਹ 6 ਦੇ 6 ਕੰਮ ਪਿਆਰ ਦੇ ਨਾਲ ਕਰਦੇ ਨੇ। ਉਹਨਾਂ ਦੀ ਮਾਨਸਿਕਤਾ ਵਿੱਚ ਵੀ ਪ੍ਰਭੂ ਦਾ ਪਿਆਰ, ਔਰ ਉਹਨਾਂ ਦੇ ਸਰੀਰਕ ਕੰਮ ਵੀ ਪ੍ਰਭੂ ਦੇ ਪਿਆਰ ਵਾਲੇ। ਬਿਰਲਾ ਕੋ ਪਾਵੇ ਸੰਗ, ਸੰਗ ਦਾ ਮਤਲਬ ਸਾਥ। ਵਿਰਲੇ ਵਿਰਲੇ ਬੰਦੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਦੇ ਨੇ। ਵਿਰਲੇ ਨੇ ਜਿਹੜੇ ਸੰਗਤ ਜਿਨ ਨਸੀਬ ਹੁੰਦੀ ਹੈ ਗੁਰੂ ਦੀ, ਪ੍ਰਭੂ ਦੀ, ਰੱਬੀ ਗੁਣਾਂ ਦੀ, ਪਿਆਰਿਆਂ ਦੀ, ਜੋ ਐਸੀ ਜ਼ਿੰਦਗੀ ਜੀਣ ਵਾਲੇ ਨੇ। ਵਿਰਲੇ ਨੇ ਜਿਨ੍ਹਾਂ ਨੂੰ ਐਸੋ ਜਿਹੀ ਸੰਗਤ ਨਸੀਬ ਹੁੰਦੀ ਹੈ, ਜੋ ਐਸੇ ਲੋਕਾਂ ਦੀ ਸੰਗਤ ਕਰਦੇ ਨੇ। ਹੁਣ ਜੇ ਐਸੇ ਲੋਕਾਂ ਦੀ ਸੰਗਤ ਕਰਾਂਗੇ ਨਾ, ਤਾਂ ਇਹ ਹੋਏਗਾ ਕਿ ਸਾਡੇ ਜੀਵਨ ਵਿੱਚ ਵੀ ਇਹੋ ਜਿਹੀ ਜ਼ਿੰਦਗੀ ਜੀਣ ਦਾ ਉਤਸ਼ਾਹ ਪੈਦਾ ਹੋਏਗਾ। ਤੇ ਜਦੋਂ ਅਸੀਂ ਸੰਗਤ ਹੀ ਕਰਾਂਗੇ ਉਹਨਾਂ ਦੀ, ਜਿਹੜੇ ਸਾਨੂੰ ਕਰਾਮਾਤੀ ਕਹਾਣੀਆਂ ਸੁਣਾਉਣ, ਮਰਨ ਤੋਂ ਬਾਅਦ ਵਾਲੇ ਨਰਕ ਸਵਰਗ ਵਾਲੇ ਝਮੇਲੇ ਪਾਣ, ਜਾਂ ਤੁਸੀਂ ਇਹ ਨੰਬਰ ਪਾ ਲਓ ਤੇ ਤੁਹਾਡੀ ਲਾਟਰੀ ਨਿਕਲ ਆਏਗੀ, ਜਾਂ ਇਹ ਸ਼ਬਦ ਪੜ੍ਹ ਲਓ ਤੇ ਤੁਹਾਡੇ ਮੁਕਦਮੇ ਜਿੱਤ ਜਾਣਗੇ। ਜੇ ਸੰਗਤ ਉਹਨਾਂ ਦੀ ਕਰਾਂਗੇ ਤੇ ਫਿਰ ਸਾਡੇ ਪ੍ਰੇਮ ਨਹੀਂ ਨਾ ਆਉਣ ਵਾਲਾ। ਨੇ ਜੋ ਇਹੋ ਜਿਹੇ ਇਨਸਾਨਾਂ ਦੀ ਸੰਗਤ ਕਰਦੇ ਨੇ, ਗੁਰੂ ਦੀ ਹਜ਼ੂਰੀ ਵਿੱਚ ਆਉਂਦੇ ਨੇ, ਜਾਂ ਜਿਨ੍ਹਾਂ ਨੂੰ ਐਸੇ ਲੋਕਾਂ ਦੀ ਸੰਗਤ ਮਿਲਦੀ ਹੈ, ਉਹ ਵਿਰਲੇ ਨੇ। ਭਾਵ ਕਿ ਵਿਰਲੇ ਨੇ ਜੋ ਐਸੇ ਇਨਸਾਨਾਂ ਦੀ ਸੰਗਤ ਕਰਦੇ। ਨਹੀਂ ਤੇ ਜੋ ਬਹੁਤੇ ਲੋਕ ਨੇ ਨਾ, ਉਹ ਕਰਮ ਕਾਂਡਾਂ ਵੱਲ ਪਏ ਹੋਏ ਨੇ। ਕਬੀਰ ਜੀ ਦਾ ਕਿੰਨਾ ਪਿਆਰਾ ਬਚਨ ਹੈ, ਕਬੀਰ ਜਿਹੇ ਮਾਰਗ ਪੰਡਿਤ ਗਏ, ਪਾਛੇ ਪਰੀ ਬਹੀਰ, ਤੇ ਪੁਜਾਰੀ ਹੋ ਗਏ ਨੇ, ਉਹਨਾਂ ਦੇ ਪਿੱਛੇ ਵਹੀਰਾਂ ਲੋਕਾਂ ਨੇ ਕੱਤੀਆਂ ਨੇ। ਇੱਕ ਅਵਕਟ ਘਾਟੀ ਰਾਮ ਕੀ ਤੇ ਰਹੇ ਹੋ ਕਬੀਰ, ਇੱਕ ਬੜੀ ਔਖੀ ਘਾਟੀ ਹੈ ਰੱਬੀ ਰਜਾ ਵਿੱਚ ਤੁਰਨਾ, ਰੱਬ ਦੇ ਗੁਣਾਂ ਦੇ ਧਾਰਨੀ ਹੋਣਾ। ਕਬੀਰ ਜੀ ਕਹਿੰਦੇ ਨੇ ਉਧਰ ਕਬੀਰ ਇਕੱਲਾ ਹੀ ਚੜਿਆ ਫਿਰਦਾ। ਮੈਂ ਉਸ ਘਾਟੀ ਵੱਲ ਜਾ ਰਿਹਾ ਜਿਹੜੀ ਰੱਬ ਦੇ ਗੁਣਾਂ ਦੀ ਹੈ। ਉਧਰ ਭੀੜ ਕੋਈ ਨਹੀਂ, ਪਰ ਕਰਮ ਕਾਂਡਾਂ ਵੱਲ ਭੀੜ ਹੈ। ਜਦੋਂ ਕਿਤੇ ਤੀਰਥ ਯਾਤਰਾ ਤੇ ਜਾ ਕੇ ਵੇਖੋ ਕਿੰਨੀ ਭੀੜ ਹੈ, ਤੇ ਸੱਚ ਬੋਲਣ ਵਾਲੇ ਪਾਸੇ ਕਿੰਨੇ ਕੁ ਨੇ ਲੋਕ।
ਦਇਆ ਵਾਲੇ ਪਾਸੇ ਕਿੰਨੇ ਕਿੰਨੇ ਲੋਕ। ਜੋ ਅਸੀਂ ਗੁਰਬਾਣੀ ਦੀ ਗੱਲ ਰੋਜ਼ ਕਰ ਰਹੇ ਹਾਂ, ਇਹੋ ਜਿਹੀ ਜੇ ਜ਼ਿੰਦਗੀ ਵੇਖਣੀ ਹੋਵੇ ਤਾਂ ਕਿੰਨੇ ਚੰਦ ਕੁ ਲੋਕ ਨੇ। ਇਹਦਾ ਮਤਲਬ ਇਹ ਨਹੀਂ ਕਿ ਹੈ ਨਹੀਂ, ਹੈ ਨੇ ਪਰ ਘੱਟ ਨੇ ਨਾ। ਏਕ ਬਸਤ ਦੀਜੈ ਕਰ ਮਇਆ। ਏਕ ਬਸਤ, ਇੱਕ ਚੀਜ਼, ਮਇਆ ਦਾ ਮਤਲਬ ਮਿਹਰ। हे ਮਾਲਕ, ਰਹਿਮਤ ਕਰ ਤੇ ਮੈਨੂੰ ਰਹਿਮਤ ਕਰਕੇ ਇੱਕ ਚੀਜ਼ ਦੇ। ਇੱਕ ਚੀਜ਼, ਤੇ ਉਹ ਇੱਕ ਚੀਜ਼ ਕਿਹੜੀ ਹੈ? ਗੁਰ ਪ੍ਰਸਾਦ ਨਾਮ ਜਪ ਲਿਆ। ਗੁਰੂ ਦੀ ਕਿਰਪਾ ਦੇ ਨਾਲ ਕਿਸੇ ਨੇ ਤੇਰੇ ਵਿਰਲੇ ਨੇ ਤੇਰਿਆ ਹੈ। ਜਪ ਦਾ ਮਤਲਬ ਜਾਣਨਾ, ਨਾਮ ਦਾ ਮਤਲਬ ਹੁਕਮ। ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਨੇ ਤੇਰੇ ਹੁਕਮ ਨੂੰ ਜਾਣਿਆ ਹੈ, ਤੇਰੇ ਹੁਕਮ ਅਨੁਸਾਰ ਜ਼ਿੰਦਗੀ ਜੀਵੀ ਹੈ। ਤੇ हे ਮਾਲਕ, ਰਹਿਮਤ ਕਰਕੇ ਸਾਨੂੰ ਵੀ ਇੱਕ ਵਸਤੂ ਦੇ ਕਿ ਅਸੀਂ ਤੇਰੇ ਹੁਕਮ ਦੇ ਵਿੱਚ ਜ਼ਿੰਦਗੀ ਜੀ ਸਕੀਏ। ਇਹ ਹੀ ਇੱਕ ਵਸਤੂ ਜਿਹਦੇ ਰਾਹੀਂ ਸਾਡੀ ਜ਼ਿੰਦਗੀ ਸਫਲ ਹੋ ਸਕਦੀ ਹੈ। ਹੁਕਮ ਰਜ਼ਾਈ ਚੱਲਣਾ। ਹੁਕਮ ਰਜ਼ਾਈ ਚੱਲ ਕੇ ਹੀ ਅਸੀਂ ਸਚਿਆਰ ਹੋ ਸਕਦੇ ਹਾਂ, ਰੱਬ ਵਰਗੇ ਹੋ ਸਕਦੇ ਹਾਂ। ਤਾਂ ਇੱਕੋ ਹੀ ਮੰਗ ਮੰਗੀ ਜਾ ਰਹੀ ਹੈ ਕਿ ਪਾਤਸ਼ਾਹ, ਇੱਕ ਮੰਗ ਹੈ ਸਾਡੀ ਕਿ ਸਾਨੂੰ ਆਪਣੇ ਹੁਕਮ ਦੇ ਅੰਦਰ ਤੁਰਨ ਦੀ ਬਲ ਔਰ ਬੁੱਧ ਬਖਸ਼ਿਸ਼ ਕਰ। ਇੱਕ ਦੇ ਨਾਲ ਅਸੀਂ ਜੁੜ ਜਾਈਏ, ਅੰਦਰੋਂ ਬਾਹਰੋਂ ਇੱਕ ਹੋ ਜਾਈਏ, ਵਿਹਾਰ ਸਾਰਿਆਂ ਦੇ ਨਾਲ ਇੱਕ ਹੋ ਜਾਏ। ਇੱਕ ਹੁਕਮ ਦੇ ਅੰਦਰ ਮੈਂ ਇਹ ਮੈਨੂੰ ਦਾਤ ਦੇ, ਤੇ ਇਹ ਦਾਤ ਮਿਲੇਗੀ ਕਿਵੇਂ? ਗੁਰ ਪ੍ਰਸਾਦ ਨਾਮ ਜਪ ਲਿਆ। ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਰਹਿਮਤ ਦੇ ਨਾਲ ਕਿਸੇ ਵਿਰਲੇ ਨੇ ਤੇਰੇ ਨਾਮ ਨੂੰ ਜਾਣਿਆ ਹੈ, ਤੇਰੇ ਹੁਕਮ ਵਿੱਚ ਤੁਰਿਆ ਹੈ। ਯਾਨੀ ਹੁਕਮ ਦੀ ਸੂਝ ਸਾਨੂੰ ਗੁਰੂ ਰਾਹੀਂ ਮਿਲੇਗੀ। ਇਸ ਲਈ ਇਹ ਗੱਲ ਪੱਕੀ ਪੱਲੇ ਬੰਨ ਲਓ ਕਿ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣਾ ਹੀ ਜੀਵਨ ਸਫਲ ਕਰਨ ਦਾ ਰਾਜ਼ ਹੈ। ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਹੀ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਤਾਂ ਕਿ ਉਪਮਾ ਕਹੀ ਨਾ ਜਾਏ। ਕਹਿੰਦੇ ਨੇ ਉਸ ਪ੍ਰਭੂ ਦੀ ਉਪਮਾ ਕਹੀ ਨਹੀਂ ਜਾ ਸਕਦੀ, ਉਹਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, ਅੰਤ ਨਹੀਂ ਪਾਇਆ ਜਾ ਸਕਦਾ। ਜੇ ਹੁਣ ਪ੍ਰਭੂ ਦੀ ਅਸੀਂ ਵਡਿਆਈ ਕਥਨ ਕਰਨਾ ਚਾਹੀਏ ਤਾਂ ਕਿਵੇਂ ਕਥਨ ਕਰ ਲਾਂਗੇ? ਕਿ ਅਸੀਂ ਰੱਬ ਦਾ ਅੰਤ ਪਾ ਸਕਦੇ ਹਾਂ? ਨਾ ਭਾਈ, ਕਦੇ ਵੀ ਨਾ। ਨਾ ਗੁਣਾ ਦਾ ਅੰਤ, ਨਾ ਸ਼ਕਤੀ ਦਾ ਅੰਤ, ਨਾ ਦਾਤਾਂ ਦਾ ਅੰਤ, ਨਾ ਸੰਸਾਰ ਦਾ ਅੰਤ, ਨਾ ਰਚਨਾ ਦਾ ਅੰਤ। ਅੰਤ ਤੇ ਪੈ ਹੀ ਨਹੀਂ ਸਕਦਾ, ਉਹਦਾ ਮੁੱਲ ਪੈ ਨਹੀਂ ਸਕਦਾ, ਉਹਦਾ ਅੰਤ ਜਾਣਿਆ ਨਹੀਂ ਜਾ ਸਕਦਾ, ਉਹਦੀ ਵਡਿਆਈ ਕਹੀ ਨਹੀਂ ਜਾ ਸਕਦੀ। ਅਨੰਤ ਹੈ ਉਹ, ਮਹਾਨ ਹੈ ਉਹ, ਅੰਤ ਤੋਂ ਪਰੇ ਹੈ ਉਹ। ਤਾਂ ਅਨੰਤ ਜੋ ਹੈ, ਜਿਹਦੇ ਗੁਣ ਅਨੰਤ ਨੇ, ਦਾਤਾ ਅਨੰਤ ਨੇ, ਤਾਂ ਇਥੋਂ ਸਾਡੇ ਵਾਸਤੇ ਇੱਕ ਬਹੁਤ ਪੋਜ਼ਿਟਿਵ ਵਿਚਾਰ ਨਿਕਲ ਰਿਹਾ ਹੈ ਕਿ ਇਹਦਾ ਮਤਲਬ ਸਾਡੇ ਅੰਦਰ ਵੀ ਅਨੰਤ ਵਿਕਾਸ ਦੀ ਸੰਭਾਵਨਾ ਹੈ। ਉਹ ਅਨੰਤ ਪ੍ਰਭੂ ਸਾਡੇ ਹੀ ਅੰਦਰ ਬੈਠਾ ਹੋਇਆ ਹੈ। ਇਹਦਾ ਮਤਲਬ ਕਿ ਅਸੀਂ ਆਪਣੇ ਅੰਦਰ ਵੱਧ ਤੋਂ ਵੱਧ ਗੁਣ ਹਾਸਲ ਕਰ ਸਕਦੇ ਹਾਂ, ਆਪਣੇ ਗੁਣਾਂ ਵਿੱਚ ਵੱਧ ਤੋਂ ਵੱਧ ਵਾਧਾ ਕਰ ਸਕਦੇ ਹਾਂ। ਜਿੰਨਾ ਚਾਹੀਏ ਉਨਾ ਅਸੀਂ ਸੁਖੀ ਔਰ ਸ਼ਾਂਤ ਰਹਿ ਸਕਦੇ ਹਾਂ, ਕਿਉਂਕਿ ਉਹ ਅਨੰਤ ਸਾਡੇ ਅੰਦਰ ਬੈਠਾ ਹੋਇਆ ਹੈ। ਤਾਂ ਉਹਦੀ ਉਪਮਾ ਕਹੀ ਨਹੀਂ ਜਾ ਸਕਦੀ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਐਸਾ ਰੱਬ ਹੈ ਕਿ ਜਿਹੜਾ ਅਨੰਤ ਹੈ, ਅਨੰਤਾਂ ਦਾ ਖਜ਼ਾਨਾ ਹੈ, ਜਿਹਦਾ ਹੁਕਮ ਵਿੱਚ ਸਾਰਾ ਸੰਸਾਰ ਜਿਹਦੇ ਹੁਕਮ ਵਿੱਚ ਚੱਲ ਰਿਹਾ ਹੈ, ਉਹ ਹੈ ਕਿੱਥੇ? ਅਗਲੀ ਪੰਕਤੀ ਵਿੱਚ ਦੱਸਦੇ ਨੇ, ਨਾਨਕ, ਇੱਥੇ ਰੁਕ ਜਾਣਾ ਥੋੜਾ ਜਿਹਾ, ਨਾਨਕ ਰਹਿਆ ਸਰਬ ਸਮਾਏ। ਸਰਬ ਸਮਾਏ ਦਾ ਮਤਲਬ ਥਾਵਾਂ ਤੇ ਸਮਾਇਆ ਹੋਇਆ ਹੈ। ਉਹ ਪ੍ਰਭੂ ਸਭ ਥਾਵਾਂ ਤੇ ਸਮਾਇਆ ਹੋਇਆ, ਹਰ ਥਾਂ ਦੇ ਉੱਤੇ ਉਹ ਇੱਕ ਹੀ ਫੈਲਿਆ ਹੋਇਆ ਹੈ, ਉਹ ਇੱਕ ਹੀ ਪਸਰਿਆ ਹੋਇਆ ਹੈ। ਕੋਈ ਐਸੀ ਥਾਂ ਨਹੀਂ ਜਿੱਥੇ ਰੱਬ ਨਾ ਹੋਵੇ, ਕੋਈ ਐਸਾ ਇਨਸਾਨ ਨਹੀਂ ਜਿਹਦੇ ਵਿੱਚ ਰੱਬ ਨਾ ਹੋਵੇ, ਕੋਈ ਜੀਵ ਜੰਤ ਐਸਾ ਨਹੀਂ ਜਿਹਦੇ ਵਿੱਚ ਰੱਬ ਦੀ ਸੱਤਿਆ ਨਾ ਹੋਵੇ। ਸੱਤਿਆ ਕਰਕੇ ਸਾਰੇ ਚੱਲ ਰਹੇ, ਉਹ ਸਾਰੇ ਥਾਵਾਂ ਤੇ ਸਮਾਇਆ ਹੋਇਆ ਹੈ। ਦੇਖੋ ਹੁਣ ਜਿਹੜੀ ਸਰਬ ਵਿਆਪਕਤਾ ਵਾਲੀ ਗੱਲ ਹੈ, ਹਰ ਸ਼ਬਦ ਦੇ ਅੰਦਰ ਆ ਰਹੀ ਹੈ। ਹਰ ਸ਼ਬਦ ਵਿੱਚ ਗੁਰੂ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਰੱਬ ਹਰ ਥਾਂ ਤੇ ਹੈ, ਹਰ ਇਨਸਾਨ ਦੇ ਅੰਦਰ ਹੈ। ਉਹ ਇਸ ਕੁਦਰਤ ਤੋਂ ਬਾਹਰ ਨਹੀਂ, ਕੁਦਰਤ ਦੇ ਵਿੱਚ ਹੀ ਹੈ। ਕੁਦਰਤ ਕਰਕੇ
ਵਸਿਆ ਸੋਏ ਘਟ ਘਟ ਮੈਂ ਹਰਦੂ ਬਸੈ। ਤਾਂ ਜੇ ਭਾਈ ਅਸੀਂ ਰੱਬ ਦੇ ਨਾਲ ਪਿਆਰ ਕਰਨ ਵਾਲੇ ਆ ਨਾ, ਜਾਂ ਰੱਬ ਨਾਲ ਪਿਆਰ ਕਰਨਾ ਚਾਹੁੰਦੇ ਆ, ਤਾਂ ਫਿਰ ਸਾਨੂੰ ਇਨਸਾਨਾਂ ਦੇ ਨਾਲ ਰੱਬ ਵਰਗਾ ਪਿਆਰ ਕਰਨਾ ਚਾਹੀਦਾ ਹੈ। ਸਾਨੂੰ ਇੱਕ ਦੂਜੇ ਦੇ ਵਿੱਚ ਰੱਬ ਵੇਖਣਾ ਚਾਹੀਦਾ ਹੈ, ਕਿਉਂਕਿ ਹੈ ਹੀ ਰੱਬ। ਜੇ ਅਸੀਂ ਗੁਰੂ ਦੀ ਬਾਣੀ ਤੇ ਵਿਸ਼ਵਾਸ ਕਰਦੇ ਆ ਨਾ, ਜੋ ਸਾਡਾ ਹੱਕ ਵੀ ਹੈ, ਸਾਡਾ ਫਰਜ਼ ਵੀ ਹੈ, ਤਾਂ ਫਿਰ ਸਾਨੂੰ ਅਮਲੀ ਜ਼ਿੰਦਗੀ ਜੀਣੀ ਚਾਹੀਦੀ ਹੈ। ਜਦੋਂ ਸਰਬ ਸਮਾਇਆ ਹੋਇਆ ਹੈ, ਸਾਰਿਆਂ ਦੇ ਵਿੱਚ ਵਸ ਰਿਹਾ ਹੈ, ਸਾਰਿਆਂ ਦੇ ਵਿੱਚ ਬੋਲ ਰਿਹਾ ਹੈ, ਤਾਂ ਫਿਰ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਨਾ ਚਾਹੀਦਾ ਹੈ। ਤੇ ਜੇ ਅਸੀਂ ਐਵੇਂ ਨਹੀਂ ਕਰਦੇ, ਤਾਂ ਇਹਦਾ ਮਤਲਬ ਫਿਰ ਅਸੀਂ ਰੱਬ ਨੂੰ ਮੰਨ ਹੀ ਨਹੀਂ ਰਹੇ, ਰੱਬ ਦਾ ਅਸੀਂ ਨਿਰਾਦਰ ਕਰ ਰਹੇ ਹਾਂ। ਤੇ ਰੱਬ ਦਾ ਕਰਕੇ ਸੁਖੀ ਤਾਂ ਨਹੀਂ ਨਾ ਰਹਿ ਸਕਦੇ। ਰੱਬ ਦਾ ਨਿਰਾਦਰ ਕਰਕੇ ਉਹਦੇ ਤੋਂ ਮਾਣ ਸਤਿਕਾਰ ਪਿਆਰ ਤੇ ਨਹੀਂ ਨਾ ਪਾ ਸਕਦੇ। ਇਸ ਲਈ ਜ਼ਰੂਰਤ ਹੈ ਕਿ ਜੋ ਸਰਬ ਵਿਆਪਕ ਹੈ, ਹਰ ਇਨਸਾਨ ਦੇ ਅੰਦਰ ਹੈ, ਹਰ ਇਨਸਾਨ ਦੇ ਨਾਲ ਅਸੀਂ ਰੱਬ ਵਰਗਾ ਪਿਆਰ ਔਰ ਵਿਹਾਰ ਕਰੀਏ, ਆਪਣੇ ਪਰਿਵਾਰ ਦੇ ਅੰਦਰ ਖੁਸ਼ੀ ਦੇ ਨਾਲ ਜੀਵੀਏ, ਸੱਚ ਦੇ ਧਾਰਨੀ ਹੋਵੀਏ, ਰੱਬੀ ਰਜ਼ਾ ਦੇ ਵਿੱਚ ਤੁਰੀਏ, ਬਾਣੀ ਨੂੰ ਅਸੀਂ ਆਪ ਪੜ੍ਹੀਏ, ਗੁਰਬਾਣੀ ਮੁਤਾਬਕ ਅਸੀਂ ਜ਼ਿੰਦਗੀ ਜੀਵੀਏ, ਔਰ ਰੱਬੀ ਗੁਣਾਂ ਦੇ ਧਾਰਨੀ ਹੋ ਕੇ ਸਾਰਿਆਂ ਦੇ ਅੰਦਰ ਇੱਕ ਪ੍ਰਭੂ ਨੂੰ ਵਸਦਿਆਂ ਹੋਇਆਂ ਤੱਕ ਕੇ